ਸਾਰੇ ਨਵੇਂ ਚਿਹਰਿਆਂ ਨੂੰ ਕਿਤੇ ਨਾ ਕਿਤੇ ਅਨਾਉਂਸ ਨਹੀਂ ਕੀਤਾ ਗਿਆ। ਇਹਦੀ ਕੋਈ ਖਾਸ ਵਜ੍ਹਾ? ਚਿਹਰੇ ਪੁਰਾਣੇ ਚਿਹਰੇ ਕੋਈ ਵੀ ਨਵੇਂ ਪੁਰਾਣੇ ਨਹੀਂ ਹੁੰਦੇ। ਹਰ ਚਿਹਰਾ ਜਿਹੜਾ ਇੱਕ ਨਾ ਇੱਕ ਦਿਨ ਪੁਰਾਣਾ ਹੋਣਾ, ਇੱਕ ਨਾ ਇੱਕ ਦਿਨ ਨਵਾਂ ਚਿਹਰੇ ਨੇ ਆ ਕੇ ਵੀ ਪੁਰਾਣਾ ਹੋਣਾ। ਜਿਨ੍ਹਾਂ ਨੂੰ ਲੱਗਿਆ ਉਹਨਾਂ ਨੂੰ ਕੈਬਨਿਟ 'ਚ ਲਿਆ ਗਿਆ, ਜਿਨ੍ਹਾਂ ਨੂੰ ਨਹੀਂ ਲੱਗਿਆ ਉਹਨਾਂ ਨੂੰ ਕੈਬਨਿਟ 'ਚ ਨਹੀਂ ਲਿਆ ਗਿਆ। ਕਿਤੇ ਨਾ ਕਿਤੇ ਮੰਨ ਲਈਏ ਕਿ ਤੁਹਾਡੀ ਵੀ ਵਾਰੀ ਜਲਦ ਆਉਣ ਵਾਲੀ ਹੈ। ਅੱਜ ਤੱਕ ਦੇ ਪਾਰਟੀ ਦੀ ਡਿਸੀਜਨ ਤੇ ਕਿੰਤੂ ਪਰੰਤੂ ਨਹੀਂ ਕੀਤਾ। ਪਾਰਟੀ ਨੇ ਸਰਵੇ ਦੇਖ ਕੇ, ਅਰਵਿੰਦ ਜੀ ਨੇ ਸਰਵੇ ਦੇਖ ਕੇ, ਸਾਰਾ ਕੁਝ ਦੇਖ ਕੇ ਟਿਕਟ ਦਿੱਤੀ ਆ। ਕਿਸੇ ਨੂੰ ਤੂੰ ਤੜਾਕ ਬੁੜਿਆ ਕਿੱਥੇ ਮੂੰਹ ਚੱਕ ਲਿਆ, ਕਿੱਧਰ ਨੂੰ ਆ ਗਿਆ, ਤੈਨੂੰ ਨਹੀਂ ਦਿਸਦਾ ਦਫ਼ਤਰ ਬੰਦ ਆ। ਮੈਂ ਸੁਣੇ ਨੇ ਆਪਣੇ ਅੱਖੀ, ਮੈਂ ਲੜਿਆ ਵੀ ਉਹਨਾਂ ਲੋਕਾਂ ਨਾਲ ਵੀ। ਬਾਦਲ ਸਾਹਿਬ ਦੀ ਸਰਕਾਰ 'ਚ ਖਜ਼ਾਨਾ ਮੰਤਰੀ ਰਹੇ, ਉਦੋਂ ਕਹਿੰਦੇ ਰਹੇ ਸਾਡਾ ਖਜ਼ਾਨਾ ਖਾਲੀ ਆ। ਉਸ ਤੋਂ ਬਾਅਦ ਆ ਕੇ ਕਾਂਗਰਸ ਦੀ ਸਰਕਾਰ 'ਚ ਆ ਕੇ ਕਹਿੰਦੇ ਸਾਡਾ ਖਜ਼ਾਨਾ ਖਾਲੀ ਆ। ਫਿਰ ਤੁਹਾਨੂੰ ਖਜ਼ਾਨਾ ਮੰਤਰੀ ਬਣਾਇਆ ਕਿਉਂ ਜਾ ਰਿਹਾ, ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੂਰ। ਪੰਜਾਬ ਸਰਕਾਰ ਦੇ 10 ਮੰਤਰੀਆਂ ਨੇ ਸਹੁੰ ਚੁੱਕ ਲਈ। ਭਗਵੰਤ ਮਾਨ ਦੀ ਨਵੀਂ ਟੀਮ ਤਿਆਰ ਹੋ ਗਈ ਆ। ਇਸ ਟੀਮ ਦੇ ਵਿੱਚ 7 ਨਾਮ ਐਸੇ ਸੀ ਜਿਹੜੇ ਜਾਣੀ ਸੋਚ ਤੋਂ ਪਰੇ ਸੀ, ਕਿਸੇ ਨੇ ਸੋਚਿਆ ਨਹੀਂ ਸੀ। ਅਨਐਕਸਪੈਕਟਡ ਅੰਗਰੇਜ਼ੀ ਦੇ ਸ਼ਬਦ ਦੇ ਵਿੱਚ ਜੇਕਰ ਕਹੀਏ ਤਾਂ ਇਹ ਸੀ, ਔਰ ਲੋਕਾਂ ਨੂੰ ਉਮੀਦ ਨਹੀਂ ਸੀ ਕਿ ਇਹ ਸਾਰੇ ਦੇ ਸਾਰੇ ਮੰਤਰੀ ਬਣ ਜਾਣਗੇ। ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਜੋੜ ਤੋੜ ਲਾਏ ਨੇ, ਕੀ ਸੁਨੇਹਾ ਆਮ ਆਦਮੀ ਪਾਰਟੀ ਆਪਣੇ ਬਾਕੀ ਲੀਡਰਾਂ ਨੂੰ ਦੇਣਾ ਚਾਹੁੰਦੀ ਹੈ, ਜਿਨ੍ਹਾਂ ਦਾ ਨਾਮ ਵੀ ਚਰਚਾ ਦੇ ਵਿੱਚ ਸੀ। ਵੱਡੇ ਨਾਮ ਸੀ, ਪੁਰਾਣੇ ਲੀਡਰ ਸੀ, ਚੰਗੀ ਲੀਡ ਦੇ ਨਾਲ ਜਿੱਤ ਕੇ ਵਿਧਾਨ ਸਭਾ ਪਹੁੰਚੇ ਨੇ, ਦੂਜੀ ਵਾਰ ਜਿੱਤੇ ਨੇ। ਉਹਨਾਂ ਨੂੰ ਕਿਉਂ ਨਹੀਂ ਅਨਾਉਂਸ ਕੀਤਾ ਗਿਆ ਜਾਂ ਇਹ ਕੀ ਚਰਚਾਵਾਂ ਨੇ, ਇਹ ਵੀ ਸਾਰੀ ਜਿਹੜੀ ਚਰਚਾ ਅਸੀਂ ਅੱਜ ਕਰਨੀ ਹੈ। ਮੇਰੇ ਨਾਲ ਖਾਸ ਮਹਿਮਾਨ ਨੇ। ਹਲਕਾ ਬਸੀ ਪਠਾਣਾ ਤੋਂ 2 ਦਿੱਗਜ ਲੀਡਰਾਂ ਨੂੰ ਹਰਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਰੁਪਿੰਦਰ ਸਿੰਘ ਹੈਪੀ। ਉਹਨਾਂ ਨਾਲ ਇਹ ਵੀ ਚਰਚਾ ਕਰਾਂਗੇ ਕਿ ਉਹ ਹੁਣ ਨਵਾਂ ਖੂਨ ਹੈ, ਪਹਿਲੀ ਵਾਰ ਜਿੱਤੇ ਨੇ, ਬਹੁਤ ਸਾਰੇ ਵਾਅਦੇ ਲੋਕਾਂ ਨਾਲ ਕਰਕੇ ਆਏ ਆ, ਉਹਨਾਂ ਨੇ ਪੂਰੇ ਕਿਵੇਂ ਕਰਨੇ ਆ। ਬਾਈ ਜੀ ਬਹੁਤ ਬਹੁਤ ਸਵਾਗਤ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਬਾਈ ਜੀ, ਸਭ ਤੋਂ ਪਹਿਲਾਂ ਸਾਡੇ ਵੱਲੋਂ ਮੁਬਾਰਕਬਾਦ ਹੈ ਕਿ ਤੁਸੀਂ ਇੱਕ ਵੱਡੇ ਮੁਕਾਬਲੇ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਹੈ। ਕੀ ਕਰਨਾ ਹੈ ਹਲਕੇ ਦੇ ਲਈ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਲਕੇ ਦਾ, ਆਪਣੇ ਦਾ, ਉਸ ਪਰਮਾਤਮਾ ਦਾ ਧੰਨਵਾਦ ਕਰਦਾ, ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਭਗਵੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ, ਟਿਕਟ ਦਿੱਤੀ ਤਾਂ ਅਸੀਂ ਲੋਕਾਂ ਦੇ ਵਿੱਚ ਗਏ ਤੇ ਅੱਜ ਲੋਕਾਂ ਨੇ ਜਿਤਾ ਕੇ ਸਾਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ। ਉਹਨਾਂ ਦਾ ਧੰਨਵਾਦ ਆ। ਕੀ ਕਰਨਾ ਲੋਕਾਂ ਦੇ ਲਈ, ਜਿਹੜੇ ਏਜੰਡੇ ਸਾਡੇ ਨੇ, ਪਾਰਟੀ ਦੇ ਏਜੰਡੇ ਨੇ, ਅਸੀਂ ਉਹਨਾਂ 'ਤੇ ਕੰਮ ਕਰਾਂਗੇ। ਪਾਰਟੀ ਦੇ ਜਿਹੜੇ ਏਜੰਡੇ ਨੇ ਸਾਡੇ ਹੈਲਥ ਹੈ, ਐਜੂਕੇਸ਼ਨ ਹੈ, ਵਿਮਨ ਇੰਪਾਵਰਮੈਂਟ ਹੈ, ਬਿਜਲੀ ਦੇ ਏਜੰਡੇ ਨੇ, ਰੁਜ਼ਗਾਰ ਦਾ ਏਜੰਡਾ ਪਾਰਟੀ ਦਾ ਹੈਗਾ, ਉਹਨਾਂ ਦੇ ਉੱਤੇ ਕੰਮ ਕਰਦੇ ਰਹਾਂਗੇ। ਅਤੇ ਲੋਕਲ ਜਿਹੜੇ ਏਜੰਡੇ ਨੇ ਸਾਡੇ, ਜਿਵੇਂ ਲੋਕਾਂ ਦੀ ਡਿਮਾਂਡ ਹੋਊਗੀ, ਸੀਵਰੇਜ ਦੇ ਮੁੱਦੇ ਨੇ, ਹੋਰ ਮੁੱਦੇ ਨੇ, ਉਹ ਸਾਰੇ ਨਾਲ ਦੀ ਨਾਲ ਅਸੀਂ ਨਿਪਟਾਉਂਦੇ ਰਹਾਂਗੇ। ਅੱਜ ਬਹੁਤ ਸਾਰੇ ਨਵੇਂ ਚਿਹਰੇ ਜਿਹੜੇ ਕੈਬਨਿਟ ਦੇ ਵਿੱਚ ਲਏ ਗਏ, ਖਾਸ ਤੌਰ 'ਤੇ ਜਿਵੇਂ ਕਈ ਕੈਟਾਗਰੀਆਂ ਦੇ ਵਿੱਚ ਇਹ ਚੋਣ ਹੁੰਦੀ ਹੈ। ਜਿਵੇਂ ਮਾਝਾ, ਮਾਲਵਾ ਤੇ ਦੁਆਬਾ ਨੂੰ ਤਾਂ ਮੁੱਖ ਰੱਖਿਆ ਹੀ ਗਿਆ। ਦੂਜੇ ਪਾਸੇ ਦਲਿਤ ਚਿਹਰਾ ਹੋਵੇ, ਇੱਕ ਖਾਸ ਕਿਸੇ ਜਾਤੀ ਨੂੰ ਰਿਪਰੈਜ਼ੈਂਟ ਕਰਦਾ ਹੋਵੇ, ਜਾਂ ਇਸ ਤਰ੍ਹਾਂ ਦੇ ਨਾਲ ਵੀ ਚੋਣ ਹੁੰਦੀ ਹੈ। ਤੁਹਾਡੇ ਮੁਤਾਬਕ ਜਿਸ ਤਰੀਕੇ ਦੀ ਚੋਣ ਹੋਈ ਹੈ, ਬਿਲਕੁਲ ਠੀਕ ਹੋਈ ਹੈ? ਬਿਲਕੁਲ ਜੀ, ਜੋ ਆਮ ਆਦਮੀ ਪਾਰਟੀ ਨੇ ਹੁਣ ਤੱਕ ਕੀਤਾ ਉਹ ਬਿਲਕੁਲ ਸਹੀ ਕੀਤਾ। ਤੇ ਅਰਵਿੰਦ ਕੇਜਰੀਵਾਲ ਜੀ ਦੀ ਬੜੀ ਜਿਹੜੀ ਸੋਚ ਹੈ ਉਹ ਵਧੀਆ ਸੋਚ ਹੈ, ਤੇ ਅੱਗੇ ਵਾਸਤੇ ਸੋਚਦੇ ਨੇ, ਪੰਜਾਬ ਦੇ ਭਲੇ ਦੇ ਲਈ ਸੋਚਦੇ ਨੇ। ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੀ ਉਹਨਾਂ ਦੀ ਸੋਚ, ਉਸ ਸੋਚ ਦੇ ਧਾਰਨੀ ਨੇ, ਤੇ ਪਾਰਟੀ ਨੇ ਜੋ ਕੀਤਾ ਸਹੀ ਕੀਤਾ, ਤੇ ਪਾਰਟੀ ਜੋ ਕਰੂ ਅੱਗੇ ਵੀ ਉਹ ਵੀ। ਬਹੁਤ ਸਾਰੇ ਨਵੇਂ ਚਿਹਰਿਆਂ ਨੂੰ ਕਿਤੇ ਨਾ ਕਿਤੇ ਅਨਾਉਂਸ ਨਹੀਂ ਕੀਤਾ ਗਿਆ। ਇਹਦੀ ਕੋਈ ਖਾਸ ਵਜ੍ਹਾ? ਕਿ ਅਮਨ ਅਰੋੜਾ ਦਾ ਨਾਮ ਚੱਲ ਰਿਹਾ ਸੀ, ਸਰਬਜੀਤ ਮਾਣੂਕੇ ਦਾ ਨਾਮ ਚੱਲ ਰਿਹਾ ਸੀ। ਤੁਹਾਡੇ ਮੁਤਾਬਕ ਕੀ ਇਹ ਸਾਰਾ, ਕਿਉਂਕਿ ਲੋਕ ਹੈਰਾਨ ਨੇ? ਦੇਖੋ, ਲੋਕ ਤਾਂ ਹੈਰਾਨ ਉਦੋਂ ਹੀ ਹੋ ਗਏ ਜਦੋਂ 92 ਸੀਟਾਂ ਆ ਗਈਆਂ ਵੀ ਕਿਵੇਂ ਹੋ ਗਿਆ ਸਿਸਟਮ। ਕੋਈ ਲੋਕ ਨਹੀਂ ਹੈਰਾਨ ਹੋਏ, ਲੋਕ ਨਾਲ ਸੀਗੇ, ਸਿਆਸੀ ਮਾਹਰ ਜੇ ਹੈਰਾਨ ਹੋ ਜਾਂਦੇ ਹੁੰਦੇ ਨੇ ਕਿ ਕਿਉਂ ਹੁੰਦਾ, ਕਿਉਂਕਿ ਲੋਕ ਜਿਹੜੇ ਸੀਗੇ, ਲੋਕ ਤਾਂ 100 ਤੋਂ ਉੱਤੇ ਦਾ ਵੀ ਟਾਰਗੇਟ ਲਾਈ ਬੈਠੇ ਸੀਗੇ, ਪਰ ਲੋਕਾਂ ਨੇ ਹਮੇਸ਼ਾ ਹੀ ਸਾਥ ਦਿੱਤਾ। ਤੇ ਜਿਹੜੇ ਲੋਕਾਂ ਨੂੰ ਦੇਖੋ, ਆਪਾਂ ਕਹੀਏ ਨਵੇਂ ਚਿਹਰੇ, ਪੁਰਾਣੇ ਚਿਹਰੇ ਕੋਈ ਵੀ ਨਵੇਂ ਪੁਰਾਣੇ ਨਹੀਂ ਹੁੰਦੇ। ਹਰ ਚਿਹਰਾ ਜਿਹੜਾ ਇੱਕ ਨਾ ਇੱਕ ਦਿਨ ਪੁਰਾਣਾ ਹੋਣਾ, ਇੱਕ ਨਾ ਇੱਕ ਦਿਨ ਨਵਾਂ ਚਿਹਰੇ ਨੇ ਆ ਕੇ ਵੀ ਪੁਰਾਣਾ ਹੋਣਾ। ਸੋ ਠੀਕ ਹੈ, ਆਮ ਆਦਮੀ ਪਾਰਟੀ ਨੂੰ ਜਿਵੇਂ ਲੱਗਿਆ, ਜਿਨ੍ਹਾਂ ਨੂੰ ਲੱਗਿਆ ਉਹਨਾਂ ਨੂੰ ਕੈਬਨਿਟ 'ਚ ਲਿਆ ਗਿਆ, ਜਿਨ੍ਹਾਂ ਨੂੰ ਨਹੀਂ ਲੱਗਿਆ ਉਹਨਾਂ ਨੂੰ ਕੈਬਨਿਟ 'ਚ ਨਹੀਂ ਲਿਆ ਗਿਆ। ਤੇ ਇਹਦੇ 'ਚ ਕੋਈ ਵੱਡੀ ਗੱਲ ਹੈ ਨਹੀਂ, ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਅਸੀਂ ਅਪਣਾਉਣੀ ਆ, ਪੰਜਾਬ ਦੇ ਵਿੱਚ ਉਹ ਲਾਗੂ ਕਰਨੀ ਹੈ। ਕਿਸ ਪੋਸਟ 'ਤੇ ਰਹਿ ਕੇ ਕੀਤੀ ਜਾਂਦੀ ਹੈ ਇਹ ਮੈਟਰ ਨਹੀਂ ਕਰਦਾ। ਇਹ ਮੈਟਰ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸੋਚ ਲਾਗੂ ਕੀਤੀ ਜਾਂਦੀ ਹੈ, ਬਸ ਇੰਨੀ। ਮੈਂ ਰੁਪਿੰਦਰ ਹੈਪੀ ਹੋਰਾਂ ਬਾਰੇ ਦੱਸ ਦਿਆਂ ਕਿ ਪੜ੍ਹੇ ਲਿਖੇ ਨੌਜਵਾਨ ਨੇ, ਜਿਨ੍ਹਾਂ ਨੇ B.Ed ਦੇ ਨਾਲ LLB ਵੀ ਕੀਤੀ ਹੋਈ ਹੈ। ਦਲਿਤ ਚਿਹਰਾ ਹੈ, ਨੌਜਵਾਨ ਚਿਹਰਾ ਹੈ, ਜਾਣੀ ਕਿਤੇ ਨਾ ਕਿਤੇ ਮੰਨ ਲਈਏ ਕਿ ਤੁਹਾਡੀ ਵੀ ਵਾਰੀ ਜਲਦ ਆਉਣ ਵਾਲੀ ਹੈ। ਦੇਖੋ ਜੀ, ਇਹ ਤਾਂ
ਅਰਵਿੰਦ ਕੇਜਰੀਵਾਲ ਜੀ ਜਾਣ, ਭਗਵੰਤ ਸਿੰਘ ਮਾਨ ਸਾਹਿਬ ਜਾਣ, ਸਾਡੀ ਤਾਂ ਜਿਵੇਂ ਤੁਸੀਂ ਦੇਖੋ ਜਦੋਂ ਤੋਂ ਪਾਰਟੀ ਆਪਾਂ ਜੁਆਇਨ ਕੀਤੀ, ਕੋਈ ਵੀ ਪਾਰਟੀ ਦਾ ਕਿਸੇ ਦਾ ਵੀ ਫੇਜ਼ ਆਇਆ, ਅਸੀਂ ਹਮੇਸ਼ਾ ਪਾਰਟੀ ਦੇ ਨਾਲ ਖੜੇ ਹਾਂ ਤੇ ਪਾਰਟੀ ਜੋ ਵੀ ਸਾਡੀ ਡਿਊਟੀ ਮਿਲਾਈ ਆ, ਛੋਟੀ ਵੱਡੀ ਜਿਵੇਂ ਦੀ ਵੀ ਮੇਰੀ ਜ਼ਿੰਮੇਵਾਰੀ ਲਾਈ ਪਾਰਟੀ ਨੇ। ਪਹਿਲਾਂ ਵੀ ਹਲਕਾ ਇੰਚਾਰਜ ਰਹੇ, ਫਿਰ ਉਸ ਤੋਂ ਬਾਅਦ ਜਦੋਂ ਸਾਰਾ ਜਿਹੜਾ ਢਾਂਚਾ ਸੀਗਾ ਉਹ ਭੰਗ ਕਰ ਦਿੱਤਾ ਗਿਆ ਸੀਗਾ, ਫਿਰ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਹੇ, ਉਸ ਤੋਂ ਬਾਅਦ ਫਿਰ ਹਲਕਾ ਇੰਚਾਰਜ ਬਣੇ, ਫਿਰ ਟਿਕਟ ਮਿਲੀ, ਫਿਰ ਇਲੈਕਸ਼ਨ ਲੜੀ, ਫਿਰ ਜਿੱਤੇ। ਜਿਵੇਂ ਪਾਰਟੀ ਨੇ, ਮੈਂ ਅੱਜ ਤੱਕ ਕਦੇ ਪਾਰਟੀ ਦੀ ਡਿਸੀਜਨ ਤੇ ਕਿੰਤੂ ਪਰੰਤੂ ਨਹੀਂ ਕੀਤਾ। ਆਈ ਐਮ ਟੋਟਲੀ ਮਤਲਬ ਐਗਰੀਡ, ਹਮੇਸ਼ਾ ਐਗਰੀਡ ਰਿਹਾ। ਜਿਵੇਂ ਉਮੀਦ ਰੱਖਦੇ ਸ਼ਹਿਰੀ ਕਲਸੀ ਹੋਰੀ ਜਿਹੜੇ ਨੇ ਉਹ ਤੁਹਾਡੇ ਬਰਾਬਰ ਦੀ ਉਹਨਾਂ ਕੋਲੇ ਕੁਆਲੀਫਿਕੇਸ਼ਨ ਹੈ, ਉਹ ਵੀ ਪਹਿਲੀ ਵਾਰ ਜਿਹੜੇ ਨੇ ਉਹ ਚੋਣ ਜਿੱਤੇ ਆ, ਤੁਸੀਂ ਵੀ ਪਹਿਲੀ ਵਾਰ ਚੋਣ ਜਿੱਤੇ ਹੋ, ਤੁਸੀਂ ਖਾਸ ਤੌਰ ਤੇ ਦਲਿਤ ਚਿਹਰਾ ਹੋ, ਕਿਤੇ ਨਾ ਕਿਤੇ ਉਮੀਦ ਜਾਣੀ ਸੀ ਇਸ ਤਰ੍ਹਾਂ ਦੀ ਕਿ ਹੋ ਸਕਦਾ ਹੈ ਕਿ ਸੋਚਿਆ ਜਾਵੇ। ਉਮੀਦ ਤਾਂ ਜ਼ਰੂਰੀ ਵੀ ਹੈ ਵੀ ਦਲਿਤ ਚਿਹਰੇ ਵੀ ਅੱਗੇ ਆਉਣ, ਇਹ ਜ਼ਰੂਰਤ ਬਣਦੀ ਹੈ। ਕਾਂਗਰਸ ਨੇ ਆਪਣਾ ਮੁੱਖ ਮੰਤਰੀ ਦਲਿਤ ਚਿਹਰਾ ਲਿਆਂਦਾ ਸੀ, ਭਾਵੇਂ ਲੋਕਾਂ ਨੇ ਐਕਸੈਪਟ ਨਹੀਂ ਕੀਤਾ, ਪਰ ਇਹ ਲੱਗਦਾ ਹੈ ਕਿ ਪਾਰਟੀ ਇਸ ਪਾਸੇ ਵੀ ਸੋਚਣਾ ਚਾਹੀਦਾ। ਦੇਖੋ ਪਾਰਟੀ, ਮੈਂ ਫੇਰ ਕਹਿ ਰਿਹਾ, ਜੋ ਸੋਚਦੀ ਆ ਵਧੀਆ ਸੋਚਦੀ ਆ। ਪਾਰਟੀ ਨੇ ਜੋ ਕੀਤਾ ਵਧੀਆ ਕੀਤਾ। ਚਿਹਰਾ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ, ਕਿਹੜੀ ਕਾਸਟ ਨੂੰ ਬਿਲੋਂਗ ਕਰਦਾ, ਮੈਟਰ ਨਹੀਂ ਕਰਦਾ। ਪਾਰਟੀ ਨੇ ਦੇਖਣਾ ਕਿ ਚਿਹਰਾ ਕੰਮ ਕਰਨ ਵਾਲਾ ਹੈਗਾ। ਜੇ ਪਾਰਟੀ ਨੂੰ ਲੱਗਦਾ ਚਿਹਰਾ ਕੰਮ ਕਰਨ ਵਾਲਾ, ਚਿਹਰਾ ਅੱਗੇ ਕੰਮ ਕਰੂਗਾ, ਪਾਰਟੀ ਦੇ ਨਾਲ ਅੱਗੇ ਚੱਲੂਗਾ, ਲੰਬਾ ਚੱਲੂਗਾ, ਤਾਂ ਪਾਰਟੀ ਕਰਦੀ ਹੈ। ਜਦੋਂ ਪਾਰਟੀ ਨੂੰ ਲੱਗਣਾ ਹੈ, ਮੈਂ ਫੇਰ ਕਹਿ ਲਿਆ, ਜਦੋਂ ਅਰਵਿੰਦ ਕੇਜਰੀਵਾਲ ਜੀ ਨੂੰ, ਭਗਵੰਤ ਸਿੰਘ ਮਾਨ ਸਾਹਿਬ ਨੂੰ ਕੋਈ ਵੀ ਚੀਜ਼ ਲੱਗਦੀ ਹੈ ਉਹ ਬਿਲਕੁਲ ਸਹੀ ਕਰਦੇ ਨੇ ਤੇ ਅੱਗੇ ਆਉਣ ਵਾਲੇ ਸਮੇਂ 'ਚ ਵੀ ਸਹੀ ਕਰਨਗੇ। ਠੀਕ ਆ, ਜਿਵੇਂ ਪਾਰਟੀ ਕਰਦੀ ਹੈ ਬਹੁਤ ਵਧੀਆ। ਹਰ ਇੱਕ ਫੈਸਲਾ ਜਿਹੜਾ ਪਾਰਟੀ ਦਾ ਅਸੀਂ ਸਿਰ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਸਿਹਤ ਤੇ ਸਿੱਖਿਆ ਨੂੰ ਲੈ ਕੇ, ਜਿਵੇਂ ਮੈਂ ਸ਼ੁਰੂਆਤ 'ਚ ਵੀ ਕਿਹਾ ਸੀ, ਸਿਹਤ ਤੇ ਸਿੱਖਿਆ ਨੂੰ ਲੈ ਕੇ ਤੁਹਾਡੀ ਪਾਰਟੀ ਨੇ ਬਹੁਤ ਵੱਡਾ ਇੱਕ ਪ੍ਰਚਾਰ ਕੀਤਾ, ਖਾਸ ਤੌਰ ਤੇ ਕਿ ਇਹਨਾਂ ਦੋ ਚੀਜ਼ਾਂ ਨੂੰ ਸੁਧਾਰਨਾ, ਇਹਨਾਂ ਦੋ ਚੀਜ਼ਾਂ 'ਤੇ ਮੁੱਖ ਤੌਰ 'ਤੇ ਕੰਮ ਕਰਨਾ, ਪਹਿਲ ਦੇ ਆਧਾਰ 'ਤੇ ਕੰਮ ਕਰਨਾ। ਤੁਸੀਂ ਆਪਣੇ ਹਲਕੇ ਦੇ ਵਿੱਚ ਕਿਹੜੀਆਂ ਕਮੀਆਂ ਫੜਦੇ ਹੋ ਜਿਨ੍ਹਾਂ ਨੂੰ ਖਾਸ ਤੌਰ 'ਤੇ ਸੁਧਾਰਨ ਦੀ ਲੋੜ ਹੈ? ਜੇ ਤੁਹਾਡੇ ਹਲਕੇ 'ਚ ਹੋਣਗੀਆਂ ਤੇ ਪੰਜਾਬ 'ਚ ਵੀ ਉਹੀ ਹੋਣਗੀਆਂ। ਤੁਸੀਂ ਨੋਟ ਕੀਤਾ ਹੋਊਗਾ, ਦੇਖਿਆ ਹੋਊਗਾ, ਕਈ ਚੈਨਲਾਂ 'ਤੇ ਵੀ ਚੱਲਿਆ। ਮੈਂ ਆਪਣੇ ਹਲਕੇ ਸ਼ੁਰੂ ਵੀ ਕਰ ਦਿੱਤਾ ਕੰਮ, ਜਿਵੇਂ ਹਸਪੀਟਲਸ ਦੇ ਵਿੱਚ ਵਿਜ਼ਿਟ ਕਰਨੀ ਸ਼ੁਰੂ ਕਰ ਦਿੱਤੀ, ਹੋਰ ਅਦਾਰਿਆਂ ਦੇ ਵਿੱਚ BDP ਆਫਿਸ ਵੀ ਵਿਜ਼ਿਟ ਕਰਨੀ ਸ਼ੁਰੂ ਕਰ ਦਿੱਤੀ, ਸਾਡੇ EO ਆਫਿਸਿਸ ਨੇ ਜਿਹੜੇ ਮਿਊਨਿਸਪਲ ਕੌਂਸਲਾਂ ਨੇ ਉਹਨਾਂ 'ਚ ਵਿਜ਼ਿਟ ਕਰਨੀ ਸ਼ੁਰੂ ਕਰ ਦਿੱਤੀ। ਕਾਰਨ ਕੀ ਆ? ਦੇਖੋ, ਜਦੋਂ ਤੁਸੀਂ ਵਿਜ਼ਿਟ ਕਰਨ ਲੱਗ ਜਾਂਦੇ ਹੋ ਕਿਤੇ ਜਾ ਕੇ, ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਸਿਸਟਮ ਆਪਣੇ ਆਪ ਸੁਧਰ, ਆਪਣੇ ਆਪ ਉਹਨੂੰ ਸਿਸਟਮ ਨੇ ਉਹਨੂੰ ਚੇਂਜ ਹੋਣਾ, ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਜਿਹੜੇ ਸਾਡੇ ਉੱਤੇ ਕੀ ਆ ਚੈੱਕ ਹੋ ਰਿਹਾ, ਅਸੀਂ ਸਾਡੇ ਉੱਤੇ ਕੋਈ ਨਾ ਕੋਈ ਨਿਗਰਾਨੀ ਰੱਖੀ ਜਾ ਰਹੀ ਹੈ। ਸੋ ਆਟੋਮੈਟਿਕਲੀ ਉਹ ਜਿਹੜਾ ਸਿਸਟਮ ਆ ਉਹ ਸਹੀ ਹੋਣਾ ਸ਼ੁਰੂ ਹੋ ਜਾਂਦਾ। ਮੈਂ ਗਿਆ ਸਾਰੇ ਡਿਪਾਰਟਮੈਂਟਸ ਦੇ ਵਿੱਚ, ਲੋਕ ਕਹਿੰਦੇ ਨੇ ਮੈਂ ਚੈਕਿੰਗ ਕਰਨ ਆਇਆ, ਮੈਂ ਇਹ ਕਰਨਾ ਹੈ, ਮੈਂ ਉਹ ਕਰਨਾ। ਮੈਂ ਸਿਰਫ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਭਾਈ ਬੇਨਤੀ ਕਰਨਾ ਆ, ਪਹਿਲੀ ਅਤੇ ਆਖਰੀ। ਇਸ ਤੋਂ ਬਾਅਦ ਨਾ ਮੈਂ ਬੇਨਤੀ ਕਰਨੀ ਹੈ, ਨਾ ਤੁਸੀਂ ਮੇਰੇ ਕੋਲ ਕੋਈ ਬੇਨਤੀ ਲੈ ਕੇ ਆਏ। ਮੈਨੂੰ ਹਾਂ ਕੰਮ ਹੋਣਗੇ ਉਹਦੇ ਕਰਾਂਗੇ, ਪਰ ਜੇ ਕੋਈ ਗਲਤ ਕਰੂਗਾ ਨਾ ਆਪਾਂ ਨੇ ਉਹਦੀ ਸੁਣਨੀ ਹੈ ਨਾ ਕਰਨੀ ਹੈ, ਕਿਉਂਕਿ ਮੈਂ ਆਪਣੇ ਵੱਲੋਂ ਬੇਨਤੀ ਕਰਿਆ ਕਿ ਆਪਾਂ ਹੁਣ ਜੋ ਪਿੱਛੇ ਹੋ ਚੁੱਕਿਆ ਉਹਨੂੰ ਬਿਲਕੁਲ ਛੱਡ ਦਈਏ। ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਸਾਡੇ ਤੇ ਬਹੁਤ ਵੱਡਾ ਵਿਸ਼ਵਾਸ ਜਤਾਇਆ, ਇੰਨੀ ਵੱਡੀ ਲੀਡ ਦੇ ਕੇ ਜਿਤਾਇਆ। ਮੈਂ ਕਿਹਾ ਬਾਈ ਜੀ ਮੈਂ ਲੋਕਾਂ ਦਾ ਕੰਮ ਕਰਨਾ, ਕੱਲ੍ਹ ਨੂੰ ਫੇਰ ਨਾ ਕਿ ਕੋਈ ਫਲਾਣੇ ਨੂੰ ਲੈ ਕੇ ਆ ਗਿਆ, ਕੋਈ ਫਲਾਣੇ ਨੂੰ ਲੈ ਕੇ ਆ ਗਿਆ। ਮੇਰੇ ਕੋਲ ਆਉਂਦੇ ਨੇ ਕਈ, ਬਾਈ ਜੀ ਤੁਹਾਨੂੰ ਮਿਲਣਾ। ਪਿੱਛੇ ਜੇ ਇੱਕ ਬੰਦੇ ਆਇਆ, ਕਹਿੰਦੇ ਤੁਹਾਨੂੰ ਸਨਮਾਨਿਤ ਕਰਨਾ। ਮੈਂ ਕਿਹਾ ਕਾਹਦੇ ਲਈ? ਕਹਿੰਦੇ ਨਹੀਂ ਵਧਾਈਆਂ ਦੇਣੀ। ਮੈਂ ਕਿਹਾ ਉਹ ਵਰਡ ਹੈਗਾ ਸਨਮਾਨ, ਤਾਂ ਮੈਂ ਮੇਰੇ ਤੇ ਪਰਫਾਰਮੈਂਸ ਦੇਖੀ ਨਹੀਂ ਤੁਸੀਂ। ਮੈਂ ਕਿਹਾ ਬਾਈ ਜੀ ਤੁਸੀਂ ਵਰਕ ਕਰੋ, ਕੰਮ ਕਰੋ, ਤੁਹਾਡੀ ਐਪਰੀਸ਼ੀਏਸ਼ਨ ਅਸੀਂ ਕਰਿਆ ਕਰਾਂਗੇ। ਰਵਾਇਤੀ ਲੀਡਰਾਂ ਨੂੰ ਐਂ ਹੀ ਰਵਾਇਤੀ ਪਾਰਟੀਆਂ ਨੂੰ ਸਨਮਾਨਿਤ ਕਰਦੇ ਨੇ, ਸ਼ਾਇਦ ਉਹ ਚੀਜ਼ਾਂ ਲੋਕਾਂ ਦੇ ਦਿਮਾਗਾਂ 'ਚੋਂ ਨਹੀਂ ਨਿਕਲੀਆਂ ਹਾਲੇ ਤੱਕ ਕਿ ਲੀਡਰ ਦੇ ਨੇੜੇ ਕਿਵੇਂ ਹੋਣਾ, ਲੀਡਰ ਨੂੰ ਇਹ ਕਿਵੇਂ ਦਿਖਾਉਣਾ ਕਿ ਨਹੀਂ ਜੀ ਅਸੀਂ ਨਹੀਂ ਜੀ। ਲੋਕ ਸਨਮਾਨਿਤ ਕਰਨੋਂ ਵੱਖਰੀ ਗੱਲ ਆ, ਜਿਹੜੀ ਅਫਸਰ ਆ ਜਾਂ ਹੋਰ ਨੇ ਜਾਂ ਉਹਨਾਂ ਦਾ ਉਹ ਆਪਣੀ ਡਿਊਟੀ ਕਰਦੇ ਨੇ, ਮੈਂ ਆਪਣੀ ਡਿਊਟੀ ਕਰਦਾ। ਠੀਕ ਆ, ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਕੋਈ ਰੰਜਿਸ਼ ਨਹੀਂ, ਪਰ ਮੇਰਾ ਇੱਕ ਸਵਾਲ ਇਹ ਆ ਕਿ ਆਪਾਂ ਜਦੋਂ ਡਿਊਟੀ ਕਰਦੇ ਆ ਫਿਰ ਸਾਨੂੰ ਕਿਸੇ ਨੂੰ ਪਲੀਜ਼ ਕਰਨ ਦੀ ਕੀ ਲੋੜ ਆ? ਜਦੋਂ ਤੁਸੀਂ ਆਪਣੀ ਡਿਊਟੀ ਸਹੀ ਕਰਦੇ ਹੋ। ਮੈਂ ਆਪਣੀ ਪਾਰਟੀ ਦੇ ਵਿੱਚ ਵੀ ਕੰਮ ਕਰਦਾ, ਤੁਸੀਂ ਯਕੀਨ ਕਰਿਓ, ਮੈਂ ਕਦੇ ਵੀ ਜਦੋਂ ਮੈਂ ਅੱਜ ਤੋਂ 2-2.5 ਸਾਲ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਮੈਨੂੰ ਗੱਲ ਕਹੀ ਸੀ, ਮੈਨੂੰ ਹੁਣ ਵੀ ਚੇਤੇ ਆ। ਚੰਡੀਗੜ੍ਹ ਅਸੀਂ ਮਿਲੇ ਸੀ, ਕਹਿੰਦਾ ਉਰੇ ਆਪੇ ਕੀ ਕਰਨਾ ਉਰੇ? ਮੈਂ ਕਿਹਾ ਜੀ, ਕਹਿੰਦਾ ਟਿਕਟ ਲੈਣਾ ਹੈ। ਸੱਚਾਈ ਹੈ ਇਹ? ਮੈਂ ਕਿਹਾ ਨਹੀਂ ਜੀ, ਕਹਿੰਦਾ ਟਿਕਟ ਮਿਲਣੀ ਹੈ ਲੋਕਾਂ 'ਚੋਂ, ਸਰਵੇ ਹੋਣੇ ਨੇ, ਕੰਮ ਕਰੇਗਾ ਤਾਂ ਸਾਰਾ ਕੁਝ ਹੋਊਗਾ। ਮੈਨੂੰ ਅੱਜ ਵੀ ਯਾਦ ਆ ਭਗਵੰਤ ਸਿੰਘ ਮਾਨ ਸਾਹਿਬ ਦੀ ਗੱਲ, ਉਹੀ ਗੱਲ ਉਹਨਾਂ ਨੇ ਜਦੋਂ ਪਹਿਲੀ ਸਾਡੀ ਮੀਟਿੰਗ ਲਈ ਉਦੋਂ ਵੀ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਲੋਕਾਂ ਦੇ ਵਿੱਚ ਰਹੋ। ਸੋ ਮੈਂ ਉਹ ਗੱਲ ਆਪਣੇ ਪੱਲੇ ਬੰਨ ਲਈ। ਮੈਂ ਮੁੜ ਕੇ, ਤੁਸੀਂ ਯਕੀਨ ਕਰਿਓ, ਮੇਰੇ ਖਿਆਲ 'ਚ ਮੈਂ ਆਫਿਸ ਦੇ ਵਿੱਚ ਕਦੇ 6 ਮਹੀਨੇ ਸਾਲ 'ਚ ਇੱਕ ਅੱਧੀ ਵਾਰ ਕੋਈ ਮੀਟਿੰਗ 'ਚ ਆਉਂਦਾ ਸੀਗਾ, ਅਦਰਵਾਈਜ਼ ਮੈਂ ਕਿਸੇ ਕੋਲ ਨਹੀਂ ਗਿਆ। ਪਾਰਟੀ ਨੇ ਸਰਵੇ ਦੇਖ ਕੇ, ਅਰਵਿੰਦ ਜੀ ਨੇ ਸਰਵੇ ਦੇਖ ਕੇ, ਸਾਰਾ ਕੁਝ ਦੇਖ ਕੇ ਟਿਕਟ ਦਿੱਤੀ ਆ।
ਪਾਰਟੀ ਨੇ ਦੇਖ ਕੇ ਕਿ ਸਾਡਾ ਇਹ ਮੁੰਡਾ ਕੰਮ ਕਰ ਸਕਦਾ, ਸਾਡਾ ਵਫਾਦਾਰ ਆ, ਸਾਡੇ ਨਾਲ ਕੰਮ ਕਰੂਗਾ, ਤੇ ਉਹ ਟਿਕਟ ਦਿੱਤੀ ਹੈ। ਤੇ ਅਸੀਂ ਪਾਰਟੀ ਦੇ ਜਿਹੜੇ ਇਹਦੇ ਲਈ ਹਮੇਸ਼ਾ ਅਹਿਸਾਨ ਮੰਨਦਾ ਕਿ ਪਾਰਟੀ ਨੇ ਜੋ ਸਾਡੇ ਤੇ ਭਰੋਸਾ ਜਤਾਇਆ ਅਸੀਂ ਉਹ ਤੇ ਖਰੇ ਉਤਰੇ ਹਾਂ। ਮੈਂ ਫੇਰ ਗੱਲ ਕਹਿਣਾ, ਲੋਕ ਕਰਨ ਉਹ ਵੱਖਰੀ ਗੱਲ ਆ, ਅਫਸਰਾਂ ਨਾਲ ਜਾਂ ਹੋਰ ਨਾਲ ਠੀਕ ਆ, ਮੈਂ ਰਿਲੇਸ਼ਨ ਸਾਰਿਆਂ ਨਾਲ ਵਧੀਆ ਰੱਖਦਾ, ਪਰ ਇਹ ਨਹੀਂ ਕਿ ਡਿਊਟੀ 'ਚ ਕੋਤਾਹੀ ਨਹੀਂ। ਮੈਂ ਸਾਰਿਆਂ ਨੂੰ, ਮੈਂ ਤੁਹਾਨੂੰ ਦੱਸ ਰਿਹਾ, ਮੈਂ ਬੇਨਤੀ ਕਰਕੇ ਆਇਆ ਕਿ ਮੈਨੂੰ ਪਲੀਜ਼ ਮੌਕਾ ਨਾ ਦਿਓ, ਕਿਉਂਕਿ ਫਿਰ ਉਸ ਤੋਂ ਬਾਅਦ ਕੋਈ ਨਾ ਮੈਂ ਸੁਣਨੀ ਆ ਨਾ ਕਿਸੇ ਸਾਡੇ ਉੱਪਰਲੇ ਨੇ ਸੁਣਨੀ ਆ। ਮੈਂ ਨਹੀਂ ਚਾਹੁੰਦਾ ਕਿ ਜਿਵੇਂ ਇਸ ਵਾਰ ਸਫਾਇਆ ਕਾਂਗਰਸ ਤੇ ਅਕਾਲੀਆਂ ਦਾ ਕੀਤਾ ਕਿ ਸਾਡੇ ਨਾਲ ਵੀ ਲੋਕ ਇੱਦਾਂ, ਕਿਉਂਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਨੇ। ਲੋਕਾਂ ਨੇ ਜ਼ਮਾਨਤਾਂ ਜ਼ਬਤ ਕਰਾਤੀਆਂ ਦੂਜੇ ਲੀਡਰਾਂ ਦੀਆਂ, ਕਿਉਂਕਿ ਉਹਨਾਂ ਲੀਡਰਾਂ ਨੇ ਅਫਸਰਾਂ ਦੇ ਉੱਤੇ ਜਾਂ ਮੰਨ ਲਓ ਕੰਮ ਕਰਨ ਵਾਲੇ ਜਿਹੜੇ ਬੰਦੇ ਜਿਹੜੇ ਸਹੀ ਕੰਮ ਨਹੀਂ ਸੀ ਕਰਦੇ ਉਹਨਾਂ ਦੇ ਉੱਤੇ ਲਗਾਮ ਨਹੀਂ ਕਸੀ ਹੈਗੀ, ਇਸ ਕਰਕੇ ਕੰਮ ਹੋ ਗਿਆ। ਅਸੀਂ ਕਹਿੰਦੇ ਹਾਂ ਕਿ ਆਪਾਂ ਜਿਹੜੇ ਅਫਸਰ ਵਧੀਆ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਐਪਰੀਸ਼ੀਏਸ਼ਨ ਵੀ ਕਰਾਂਗੇ, ਉਹਨਾਂ ਨੂੰ ਵਧੀਆ ਉਹਨਾਂ ਦਾ ਮਾਨ ਸਨਮਾਨ ਵੀ ਕਰਾਂਗੇ, ਉਹਨਾਂ ਦੀ ਵਧੀਆ ਰਿਕਮੈਂਡੇਸ਼ਨਸ ਵੀ ਉਹਨਾਂ ਦੀ ਕੀਤੀਆਂ ਜਾਣਗੀਆਂ। ਜਿਹੜਾ ਕੋਈ ਮਾੜਾ ਮੋਟਾ ਭਾਈ ਨਹੀਂ ਕਰਦਾ ਤਾਂ ਉਹਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਆਪਣੇ ਕੰਮਕਾਰ ਸੁਧਾਰ ਲਈਏ। ਮੁਲਾਜ਼ਮ ਸਾਰੇ ਮੇਰੇ ਭਰਾ ਨੇ ਆਪਣਾ ਵਧੀਆ ਡਿਊਟੀ ਕਰਨ, ਵਧੀਆ ਟਾਈਮ ਤੋਂ। ਪਹਿਲਾਂ ਤਾਂ ਅਸੀਂ ਸਭ ਤੋਂ ਪਹਿਲਾਂ ਹਾਜ਼ਰੀ ਯਕੀਨੀ ਬਣਾਤੀ ਕਿ 9 ਤੋਂ 5 ਅਗਰ ਤੁਹਾਡੀ ਡਿਊਟੀ ਆ ਠੀਕ ਆ, 10-15 ਮਿੰਟ ਹੋ ਜਾਂਦੇ ਨੇ, ਕੋਈ ਇਹ ਨਹੀਂ ਹੋਊਗਾ, ਆਦਤ ਨਹੀਂ ਬਣਨੀ ਚਾਹੀਦੀ। ਇਹਨੂੰ ਤੁਸੀਂ ਨਾਰਮਲ ਲੈਂਦੇ ਹੋ 10-15 ਮਿੰਟ ਨਾਰਮਲ ਤਾਂ ਲੈਣਾ ਹੈ, ਹਮੇਸ਼ਾ ਨਹੀਂ ਹੁੰਦਾ। ਕਈ ਵਾਰੀ ਕੀ ਹੁੰਦਾ, ਮੰਨ ਲਓ ਕਿਤੇ ਜਾਂਦੇ ਆਉਂਦੇ ਰਾਹ 'ਚ ਕੋਈ ਦਿੱਕਤ ਆ ਗਈ, ਕੋਈ ਟਾਇਰ ਪੈਂਚਰ ਹੋ ਗਿਆ, ਕੋਈ ਕਿਤੇ ਉਹ ਨਿੱਕੀ ਗੱਲ ਹੋ ਗਈ। ਮੈਂ ਇਸ ਕਰਕੇ ਕਹਿ ਰਿਹਾ ਕਿ ਹੋਣਾ ਵੀ ਚਾਹੀਦਾ। ਹਾਂ, ਇਹ ਨਹੀਂ ਇਹਨਾਂ ਕੁ ਨਹੀਂ ਅਸੀਂ ਗਲ ਨਹੀਂ ਕੁੱਟਣਾ ਕਿਸੇ ਦਾ। ਫਿਰ ਮੇਰੀ ਗੱਲ ਸੁਣੋ, ਕੋਈ ਵੀ ਬੰਦਾ ਜਦੋਂ ਡਿਊਟੀ ਸਹੀ ਕਰ ਰਿਹਾ ਠੀਕ ਆ, ਉਹਨੂੰ ਕੋਈ ਮਜਬੂਰੀ ਆ ਗਈ, ਮੰਨ ਲਓ ਮੈਂ ਹੁਣ ਇੱਥੋਂ ਅੱਗੇ ਜਾਣਾ, ਮੈਂ ਹੁਣ ਇੱਥੋਂ ਕਿਤੇ ਜਾਣਾ ਸੀ, ਮੈਂ ਅੱਗੇ ਮੀਟਿੰਗ, ਤੁਸੀਂ ਮੈਨੂੰ ਰਸਤੇ 'ਚ ਮਿਲ ਗਏ, ਤੁਸੀਂ ਕਿਹਾ ਬਾਈ ਜੀ ਆਹ ਕੰਮ ਕਰਨਾ, ਮੈਂ ਕਿਹਾ ਚਲੋ ਕੋਈ ਗੱਲ ਯਾਰ, ਹੈ ਨਾ। ਹੁਣ ਮੇਰਾ ਇਹ ਅੱਧਾ ਘੰਟਾ ਜਿਹੜਾ ਉਹ ਕਿਤੇ ਤਾਂ ਐਡਜਸਟ ਹੋਊਗਾ। ਸੋ ਉੱਥੇ ਜਦੋਂ ਮੰਨ ਲਓ ਕਿਸੇ ਦੀ ਟਾਇਰ ਪੈਂਚਰ ਹੋ ਗਿਆ, ਕਿਸੇ ਦੀ ਕਾਰ ਦੀ ਦਿੱਕਤ ਆ ਗਈ, ਕਿਸੇ ਦੇ ਘਰ 'ਚ ਦਿੱਕਤ ਆ ਗਈ, ਇਹ ਨਹੀਂ ਹੋਊਗਾ, ਪਤਾ ਲੱਗ ਜਾਂਦਾ। ਹਾਂ, ਜਿਹਦੀਆਂ ਆਦਤਾਂ ਬਣੀਆਂ ਹੋਈਆਂ ਨੇ ਵੀ ਆਉਣਾ ਹੀ ਨਹੀਂ, 11 ਵਜੇ ਤੋਂ ਬਾਅਦ ਹੀ ਆਉਣਾ, ਉਹਨਾਂ ਲਈ ਤਾਂ ਉਹਦਾ ਸਾਨੂੰ ਰਿਕਾਰਡ ਪਤਾ ਲੱਗ ਹੀ ਜਾਂਦਾ, ਆਪਣੇ ਆਪ ਹੀ ਪਤਾ ਲੱਗ ਜਾਂਦਾ। ਸੋ ਉਹਨਾਂ ਲਈ ਜ਼ਰੂਰ ਸਖਤਾਈ ਆ, ਬਾਕੀ ਬਿਲਕੁਲ ਜਿਹੜਾ ਆਰਾਮ ਨਾਲ ਆਪਣਾ ਕੰਮ ਕਰ ਫ੍ਰੀ ਰਹੋਗੇ। ਤੁਹਾਡੇ ਬਹੁਤ ਸਾਰੇ MLA ਸੀ ਜਿਹੜੇ ਉਹ ਤੁਸੀਂ ਦੇਖਿਆ ਵੀ ਹੋਣਾ, ਜਿਵੇਂ ਤੁਸੀਂ ਕਿਹਾ ਕਿ ਅਸੀਂ ਵਿਜ਼ਿਟ ਕੀਤਾ, ਇਸੇ ਤਰੀਕੇ ਕਈ ਤੁਹਾਡੇ ਜਿਹੜੇ ਨਵੇਂ ਚੁਣੇ ਗਏ MLA ਆ ਉਹਨਾਂ ਨੇ ਵਿਜ਼ਿਟ ਕੀਤੀ, ਔਰ ਇੱਕ ਦੋ ਥਾਵਾਂ ਤੇ ਕੁਝ ਸ਼ਬਦਾਵਲੀ ਵੀ ਇਸ ਤਰ੍ਹਾਂ ਦੀ ਬਾਹਰ ਆਈ ਮੀਡੀਆ ਦੇ ਵਿੱਚ, ਜਿਹੜੀ ਕਿ ਲੋਕ ਕਹਿੰਦੇ ਸੀ ਕਿ ਠੀਕ ਹੈ ਤੁਸੀਂ ਜਾਓ, ਜਾ ਕੇ ਚੈੱਕ ਕਰੋ, ਜੋ ਮਰਜ਼ੀ ਕਰੋ, ਪਰ ਇਸ ਤਰ੍ਹਾਂ ਦੀ ਸ਼ਬਦਾਵਲੀ ਨਹੀਂ ਹੋਣੀ ਚਾਹੀਦੀ। ਦੂਜੇ ਪਾਸੇ ਸੁਖਪਾਲ ਖਹਿਰਾ ਨੇ ਵੀ ਜਿਹੜਾ ਨਵੇਂ ਚੁਣੇ ਤੁਹਾਡੇ ਵਰਗੇ ਚਿਹਰੇ ਨੇ ਉਹਨਾਂ ਨੂੰ ਇੱਕ ਹਦਾਇਤ ਕਹਿ ਸਕਦੇ ਹਾਂ, ਜਾਂ ਇੱਕ ਹਦਾਇਤ ਨਹੀਂ, ਮਤਲਬ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਸਾਡੇ ਕੋਲੇ ਸਿਰਫ ਉੱਥੇ ਜਾਣ ਦਾ ਅਧਿਕਾਰ ਆ, ਦੇਖਣ ਦਾ ਅਧਿਕਾਰ ਆ, ਸਾਡੇ ਕੋਲ ਕਿਸੇ ਨੂੰ ਸਸਪੈਂਡ ਕਰਨ ਦਾ ਅਧਿਕਾਰ ਨਹੀਂ ਹੈਗਾ, ਸਾਡੇ ਕੋਲੇ ਕੋਈ ਐਸਾ ਅਧਿਕਾਰ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਇਹ ਕਹੀਏ ਕਿ ਤੈਨੂੰ ਪੁੱਠਾ ਟੰਗ ਦਿਆਂਗੇ। ਕਹਿੰਦੇ ਥੋੜੇ ਤਰੀਕੇ ਨਾਲ ਚੱਲੋ। ਨਹੀਂ, ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ ਕਿ ਉਹ ਇਦਾਂ ਦੀ ਕੋਈ ਲੈਂਗੁਏਜ ਯੂਜ਼ ਹੋਈ ਹੈ, ਪਰ ਜੇ ਤੁਸੀਂ ਸੁਖਪਾਲ ਸਿੰਘ ਖਹਿਰਾ ਦੀਆਂ ਹਦਾਇਤਾਂ ਜਿਹੜੀਆਂ ਉਹਨਾਂ ਨੂੰ ਤਾਂ ਰੱਬ ਹੀ ਬਚਾਵੇ ਭਰਾ, ਠੀਕ ਆ। ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ, ਇਹ ਵੀ ਅਧਿਕਾਰ ਨਹੀਂ ਹੁੰਦਾ ਕਿ ਜਿਹੜੀ ਪਾਰਟੀ ਨੇ ਤੁਹਾਨੂੰ MLA ਬਣਾਇਆ ਹੋਵੇ, ਜਿਹੜੀ ਪਾਰਟੀ ਦੇ ਵਿੱਚ ਤੁਸੀਂ ਰਹੇ ਹੋਵੋ, ਤੁਸੀਂ ਉਹਦੇ ਸੁਪਰੀਮੋ ਦੇ ਖਿਲਾਫ ਪ੍ਰੈਸ ਕਾਨਫਰੰਸ ਕਰੋ। ਇਹ ਵੀ ਅਧਿਕਾਰ ਨਹੀਂ ਕਿਤੇ ਹੁੰਦਾ, ਇਹ ਵੀ ਅਧਿਕਾਰ ਨਹੀਂ ਹੁੰਦਾ, ਇਹ ਵੀ ਕੋਈ ਹਦਾਇਤ ਸਹੀ ਨਹੀਂ ਹੁੰਦਾ ਕਿ ਤੁਸੀਂ ਜਿਹੜੀ ਪਾਰਟੀ ਨੇ ਤੁਹਾਨੂੰ ਕਦੇ ਡਿੱਗਦੇ ਢਹਿੰਦੇ ਨੂੰ ਬਣਾ ਕੇ MLA ਲਵਾ ਕੇ LOP ਬਣਾਤਾ ਸੀ, ਤੁਸੀਂ ਉਹਦੇ ਹੀ ਕੌਮੀ ਕਨਵੀਨਰ ਨੂੰ ਮਾੜਾ ਚੰਗਾ ਬੋਲੀ ਚਲੋ। ਇਹ ਵੀ ਅਧਿਕਾਰ ਨਹੀਂ ਹੁੰਦਾ। ਅਸੀਂ ਪਹਿਲਾਂ ਤਾਂ ਉਹਨਾਂ ਨੂੰ ਗਾਲਾਂ ਕੱਢਦੇ ਰਹੀਏ, ਉਹ ਫਲਾਣਾ ਇਦਾਂ, ਉਹਦੇ ਸਿਸਮਾ ਫਾਰਮ ਨੇ, ਫਿਰ ਤੁਸੀਂ ਉਹਦੇ ਹੀ ਆਪਣਾ ਮਤਲਬ ਉਹਨਾਂ ਦੀਆਂ ਗੱਲਾਂ ਨੂੰ ਤੁਸੀਂ ਬੜਾ ਸੀਰੀਅਸ ਨਾ ਲਿਆ ਕਰੋ। 2-3 ਕਚਹਿਰੇ ਪੰਜਾਬ 'ਚ ਇਦਾਂ ਦੇ ਹੋ ਚੁੱਕੇ ਨੇ, ਪਤਾ ਨਹੀਂ ਪਰਮਾਤਮਾ ਹੀ ਜਾਣਦਾ ਤੁਸੀਂ ਮੀਡੀਆ ਕਿਉਂ ਇੰਨਾ ਤਵੱਜੋ ਹੁੰਦਾ। ਪਰ ਮੈਂ ਕਹਿੰਦਾ ਕਿਉਂਕਿ ਉਹ ਸੁਣਨ ਲਈ, ਗੱਲਾਂ ਕਰਨ ਲਈ, ਬੋਲਣਾ ਬਹੁਤ ਵਧੀਆ ਆਉਂਦਾ ਆਪਾਂ ਨੂੰ, ਤਾਂ ਇੰਨੀ ਮਤਲਬ ਉਹ ਕੀ ਕਹਿੰਦੇ ਨੇ, ਉਹ ਤਿੰਨੇ ਚਾਰੇ ਭਾਸ਼ਾਵਾਂ ਜੀਆਂ ਰਲਾ ਕੇ ਵਧੀਆ ਬੋਲ ਲੈਂਦੇ ਨੇ, ਲੋਕਾਂ ਨੂੰ ਲੱਗਦਾ ਮਤਲਬ ਬਹੁਤ ਟੋਰੀਫਾਈਜ਼ ਸਿਸਟਮ 'ਚ ਕਰਦੇ ਨੇ। ਅਸੀਂ ਕੱਲ੍ਹ ਵੀ ਪਰਸੋਂ ਵੀ ਉਹਨਾਂ ਦਾ ਅਲੱਗ ਇੱਕ ਉਹ ਆ ਮਤਲਬ ਵੀ ਆ, ਹੈ ਨਾ, ਉਹ ਤਾਂ ਕਰਕੇ ਸ਼ਾਇਦ ਵਧੀਆ ਲੱਗੀ ਜਾਂਦਾ। ਪਰ ਉਹਨਾਂ ਨੂੰ ਉਹ ਹਦਾਇਤਾਂ ਕਰਦੇ ਨੇ, ਉਹ ਕੁਛ ਬੋਲਦੇ ਨੇ, ਉਹ ਆਪਣਾ ਭਾਈ ਰਹਿਣ, ਉਹਨਾਂ ਬਾਰੇ ਤਾਂ ਅਸੀਂ ਕੁਝ ਨਹੀਂ ਬੋਲਣਾ ਚਾਹੁੰਦੇ। ਹਾਂ, ਅਗਰ ਸਾਡੀ ਪਾਰਟੀ ਦੇ ਕਿਸੇ ਨੇ ਇੱਦਾਂ ਦੀ ਕੀਤਾ, ਵੈਸੇ ਕੋਈ ਮੈਨੂੰ ਲੱਗਦਾ ਨਹੀਂ, ਜੇ ਹੋਇਆ ਤਾਂ ਆਪਾਂ ਕੋਈ ਗੱਲ ਨਹੀਂ, ਉਹ ਵੀ ਪਾਰਟੀ ਦੇਖੂਗੀ, ਸਾਰਾ ਕਰੂਗੀ, ਸਹੀ ਕਰੂਗੀ। ਪਰ ਜੇ ਅੱਜ ਕਿਸੇ ਨੇ ਕਹਿ ਵੀ ਦਿੱਤਾ ਹੋਊਗਾ ਤੇ ਉਹਦੇ 'ਚ ਕੋਈ ਏਡੀ ਵੱਡੀ ਗੱਲ ਵੀ ਨਹੀਂ ਹੈਗੀ, ਕਿਉਂਕਿ ਕਾਰਨ ਕੀ ਆ, ਤੁਸੀਂ ਉਹ ਉਹਨਾਂ ਨੂੰ ਜਾ ਕੇ ਕਹਿ ਰਹੇ ਹੋ ਜਿਹੜੇ ਤੁਹਾਨੂੰ ਗਾਲਾਂ ਕੱਢਦੇ ਰਹੇ ਨੇ ਲੋਕਾਂ ਨੂੰ। ਮੈਂ ਇਦਾਂ ਦੇ ਉਹਨਾਂ ਨੂੰ ਵੀ ਜਾਣਦਾ ਬੰਦਿਆਂ ਨੂੰ, ਜਿਹੜੇ ਬੰਦੇ ਕਿਸੇ ਨੂੰ ਤੂੰ ਤੜਾਕ ਬੁੜਿਆ, ਕਿੱਥੇ ਮੂੰਹ ਚੱਕ ਲਿਆ, ਕਿੱਧਰ ਨੂੰ ਆ ਗਿਆ, ਤੈਨੂੰ ਨਹੀਂ ਦਿਸਦਾ ਦਫ਼ਤਰ ਬੰਦ ਆ। ਮੈਂ ਸੁਣੇ ਨੇ ਆਪਣੇ ਅੱਖੀਂ, ਮੈਂ ਲੜਿਆ ਵੀ ਉਹਨਾਂ ਲੋਕਾਂ ਨਾਲ ਵੀ ਤੁਹਾਨੂੰ ਪਤਾ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ, ਤੇ ਉਹਨਾਂ ਨੇ ਸੌਰੀ ਵੀ ਫੀਲ ਕੀਤੀ ਸੀ। ਅੱਜ ਦੀ ਨਹੀਂ ਮੈਂ ਗੱਲਾਂ ਕਰਦਾ, ਪੁਰਾਣੀਆਂ ਗੱਲਾਂ ਕਰਦਾ, ਸੌਰੀ ਵੀ ਫੀਲ ਕੀਤੀ ਕਿ ਵੀ ਬਾਈ ਯਾਰ ਸਾਡੇ ਤੋਂ। ਸੋ ਅਸੀਂ ਇਹ ਰਿਸਪੈਕਟ ਨਹੀਂ ਦਿੰਦੇ, ਅਸੀਂ ਕਹਿੰਦੇ ਰਿਸਪੈਕਟ ਦਿਓ। ਤੁਸੀਂ ਕੋਈ ਵੀ ਆਵੇ, ਉਹਦੇ ਕੱਪੜੇ ਦੇਖ ਕੇ, ਉਹਦਾ ਰੁਤਬਾ ਦੇਖ ਕੇ ਰਿਸਪੈਕਟ ਨਹੀਂ
ਦੇਣੀ ਚਾਹੀਦੀ, ਉਹਨੂੰ ਇੱਕ ਨਾਗਰਿਕ ਹੋਣ ਦੇ ਤੌਰ ਤੇ ਉਹਦੀ ਉਮਰ ਦੇ ਹਿਸਾਬ ਨਾਲ ਉਹਨੂੰ ਰਿਸਪੈਕਟ ਦੇਣੀ ਬਣਦੀ ਆ। ਇਸ ਕਰਕੇ ਜੇ ਕੋਈ ਇਦਾਂ ਦੀ ਗੱਲ ਹੈਗੀ ਉਹਦੇ ਉਹਨੂੰ ਜ਼ਰੂਰ ਦੇਖਿਆ ਜਾਊਗਾ, ਪਰ ਮੈਨੂੰ ਨਹੀਂ ਲੱਗਦਾ। ਬਾਕੀ ਖਹਿਰਾ ਸਾਹਿਬ ਭਾਈ ਕੀ ਅਧਿਕਾਰ ਦਿੰਦੇ ਨੇ ਉਹਨਾਂ ਨੂੰ ਕਹੇ ਤੁਸੀਂ ਆਪਣੇ ਅਧਿਕਾਰ ਆਪਣੇ ਕੋਲ ਹੀ ਰੱਖ ਲਓ ਤਾਂ ਵਧੀਆ ਗੱਲ ਹੈ, ਆਪਾਂ ਉਹਨਾਂ ਦੇ ਵਿੱਚ ਨਹੀਂ ਪੈਣਾ ਚਾਹੁੰਦੇ। ਬਾਈ ਵੱਡਾ ਮੈਂਡੇਟ ਦਿੱਤਾ ਹੈ ਸਰਕਾਰ ਨੇ ਤੁਹਾਨੂੰ, ਬਹੁਤ ਵੱਡਾ ਭਰੋਸਾ ਤੁਹਾਡੇ ਤੇ ਕੀਤਾ ਹੈ। ਹਾਲੇ ਸ਼ੁਰੂਆਤ ਹੈ। ਜੋ ਮੈਨੂੰ ਯਾਦ ਹੈ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕਾਫੀ ਕੁਝ ਕੀਤਾ ਸੀ। ਆਪ ਹੀ ਚੰਡੀਗੜ੍ਹ ਦੇ ਵਿੱਚ ਗੱਡੀ ਚਲਾ ਕੇ ਆਪਣੇ ਦਫ਼ਤਰ ਪਹੁੰਚਦੇ ਹੁੰਦੇ ਸੀ। ਰਸਤੇ ਦੇ ਵਿੱਚ ਜਿੱਥੇ ਕੋਈ ਪੁਲਿਸ ਵਾਲਾ ਕਿਸੇ ਨਾਲ ਧੱਕਾ ਕਰਦਾ ਦਿਖਿਆ ਉਹਨੂੰ ਮੌਕੇ ਤੇ ਸਸਪੈਂਡ ਕਰ ਦੇਣਾ ਜਾਂ ਕਰਵਾ ਦੇਣਾ। ਦੂਜੇ ਪਾਸੇ ਉਹ ਕਹਿੰਦੇ ਸੀ ਕਿ ਸਾਡੇ ਖਜ਼ਾਨਾ ਖਾਲੀ ਹੈ, ਅਸੀਂ ਆਪਣੇ ਦਫ਼ਤਰ ਦੇ ਵਿੱਚ ਕਿਸੇ ਨੂੰ ਚਾਹ ਵੀ ਨਹੀਂ ਪਿਆਉਣੀ ਕਿਉਂਕਿ ਪੰਜਾਬ ਬੜੇ ਕ੍ਰਾਈਸਿਸ ਦੇ ਵਿੱਚ ਆ। ਫਿਰ ਜਿਵੇਂ ਹੀ ਸਮਾਂ ਬਦਲਿਆ ਸਾਰੀਆਂ ਚੀਜ਼ਾਂ ਚੇਂਜ, ਸਭ ਕੁਝ ਬਾਹਰ ਆਉਣਾ ਸ਼ੁਰੂ ਹੋ ਗਿਆ। ਕਿੰਨੇ ਉਹਨਾਂ ਦੇ ਘਰ ਦੇ ਵਿੱਚ ਏਸੀ ਚੱਲ ਰਹੇ ਆ ਜਿਹਦਾ ਬਿੱਲ ਨਹੀਂ ਉਹ ਆਪ ਭਰ ਰਹੇ, ਸਰਕਾਰ ਭਰ ਰਹੀ ਹੈ, ਕਈ ਚੀਜ਼ਾਂ। ਹਾਲੇ ਤੁਹਾਡੀ ਵੀ ਸ਼ੁਰੂਆਤ ਹੈ। ਇਹਨੂੰ ਮਤਲਬ ਇੱਕ ਬੈਲੈਂਸ ਬਣਾ ਕੇ ਰੱਖਣਾ, ਜੋ ਲੋਕਾਂ ਨੇ ਤੁਹਾਡੇ ਤੇ ਭਰੋਸਾ ਕਰ ਲਿਆ 5 ਸਾਲ ਤੱਕ ਉਹਨੂੰ ਬਣਾ ਕੇ ਰੱਖਣਾ, ਉਸੇ ਤਰੀਕੇ ਦੇ ਨਾਲ ਹੀ ਚੱਲਣਾ, ਇਹ ਇੱਕ ਵੱਡੀ ਜ਼ਿੰਮੇਵਾਰੀ ਇੱਕ ਲੀਡਰ ਤੇ ਹੁੰਦੀ ਆ। ਸੰਭਾਲ ਪਾਓਗੇ? ਪਹਿਲੀ ਗੱਲ ਜਿਵੇਂ ਤੁਸੀਂ ਉਦਾਹਰਨ ਦਿੱਤੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੀ, ਉਹ ਰਹੇ ਪਹਿਲਾਂ ਉੱਦਾਂ ਦੇ ਮਾਹੌਲ 'ਚ ਸੀਗੇ। ਤੁਸੀਂ ਆਪਣੇ ਆਪ ਨੂੰ ਸ਼ੋਅ ਆਫ ਥੋੜ੍ਹੇ ਸਮੇਂ ਲਈ ਕਰ ਸਕਦੇ ਹੋ, ਲੰਬਾ ਨਹੀਂ ਚੱਲ ਸਕਦੇ। ਅਸੀਂ ਪਹਿਲਾਂ ਹੀ ਉਵੇਂ ਦੇ ਬਾਈ ਮਾਹੌਲ 'ਚੋਂ ਆਏ ਹਾਂ ਜਿੱਥੇ ਪਹਿਲਾਂ ਹੀ ਪਤਾ ਦਿੱਕਤਾਂ ਪਰੇਸ਼ਾਨੀਆਂ ਨੇ। ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਨੂੰ ਕੰਟੀਨਿਊ ਰੱਖਾਂਗੇ, ਕੰਟੀਨਿਊ ਰੱਖਣਾ ਚਾਹੁੰਦੇ ਹਾਂ। ਉਹ ਪਹਿਲਾਂ ਤਾਂ ਹੁੰਦਾ ਸੀਗਾ, ਇਸ ਕਰਕੇ ਹੁੰਦਾ ਸੀਗਾ ਕਿਉਂਕਿ ਉਹ ਪਹਿਲਾਂ ਉਹਨਾਂ ਨੇ ਪਹਿਲਾਂ ਰਹੀ ਕਰਪਟ ਸਿਸਟਮ ਦੇ ਵਿੱਚ ਨੇ। ਤੁਸੀਂ ਦੇਖੋ ਸਾਡੇ ਪੰਜਾਬ ਦੀ ਬਦਕਿਸਮਤੀ ਲਾ ਲਓ, ਬਾਦਲ ਸਾਹਿਬ ਦੀ ਸਰਕਾਰ 'ਚ ਖਜ਼ਾਨਾ ਮੰਤਰੀ ਰਹੇ, ਉਦੋਂ ਕਹਿੰਦੇ ਰਹੇ ਸਾਡਾ ਖਜ਼ਾਨਾ ਖਾਲੀ ਹੈ। ਉਦੋਂ ਬਾਅਦ ਆ ਕੇ ਕਾਂਗਰਸ ਦੀ ਸਰਕਾਰ 'ਚ ਆ ਕੇ ਕਹਿੰਦੇ ਸਾਡਾ ਖਜ਼ਾਨਾ ਖਾਲੀ ਹੈ। ਫਿਰ ਤੁਹਾਨੂੰ ਖਜ਼ਾਨਾ ਮੰਤਰੀ ਬਣਾਇਆ ਕਿਉਂ ਜਾ ਰਿਹਾ? ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਵੀ ਉਹਨਾਂ ਨੂੰ ਕਿਸ ਗੱਲ ਲਈ ਬਣਾਇਆ ਜਾ ਰਿਹਾ। ਉਦੋਂ ਵੀ ਇਹੀ ਰੌਲਾ ਪਾਉਂਦੇ ਰਹੇ, ਹੁਣ ਵੀ ਰੌਲਾ ਪਾਉਂਦੇ ਰਹੇ। ਉਹਨਾਂ ਦੇ ਆਪ ਦੀ ਜਾਇਦਾਦ ਜਿਹੜੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਆਪ ਦਾ ਸਿਸਟਮ ਸੈੱਟ ਹੋ ਰਿਹਾ ਸਾਰਾ ਕੁਝ, ਤੇ ਖਜ਼ਾਨਾ ਖਾਲੀ ਕਾਹਦੇ ਲਈ ਹੈ? ਸੋ ਉਹ ਲੋਕਾਂ ਲਈ ਖਜ਼ਾਨਾ ਖਾਲੀ ਦਿਖਾਈ ਜਾਂਦੇ ਸੀ, ਆਪਣਾ ਉਹਦੇ ਲਈ ਉਹਨਾਂ ਦਾ ਕੋਈ ਉਹ ਨਹੀਂ, ਆਪਣਾ ਸਿਸਟਮ ਹੋ ਜਾ ਉਹ ਸ਼ੋਅ ਆਫ ਕਰਨ ਲਈ, ਬਣਨ ਦੇ ਲਈ ਥੋੜ੍ਹੇ ਜਿਵੇਂ ਹੁਣ ਮੰਨ ਲਓ ਚੰਨੀ ਜੀ ਨੇ ਕੀਤਾ ਸੀਗਾ, ਕਹਿੰਦੇ ਮੈਂ ਆਮ ਆਦਮੀ ਮੈਂ ਜੀ ਧਾਰਾਂ ਕੱਢ ਲੈਣਾ, ਮੈਂ ਜੀ ਫਲਾਣਾ ਕੁਛ ਕਰ ਲੈਣਾ। ਉਹ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਕਿ ਨਕਲ ਕਰਨੀ ਕੇਜਰੀਵਾਲ ਜੀ ਦੀ ਸੌਖੀ ਹੈ, ਪਰ ਕੇਜਰੀਵਾਲ ਬਣਨਾ ਬੜਾ ਮੁਸ਼ਕਿਲ ਆ, ਬਹੁਤ ਔਖਾ ਹੈ। ਸੋ ਜੇ ਅਸੀਂ ਨਕਲ ਕਰਾਂਗੇ, ਮੈਂ ਵੀ ਬਾਈ ਜੀ ਜੇ ਨਕਲ ਕਰਦਾ ਹੋਊਗਾ, ਜੇ ਮੈਂ ਝੂਠ ਬੋਲਦਾ ਹੋਊਗਾ, ਮੇਰਾ ਵੀ 2 ਮਹੀਨਿਆਂ 'ਚ ਪਤਾ ਲੱਗ ਜੂਗਾ, ਕੋਈ ਵੱਡੀ ਗੱਲ ਨਹੀਂ। ਸੋ ਅਸੀਂ ਹੰਢਾਇਆ ਸਾਰਾ ਕੁਛ, ਅਸੀਂ ਦੇਖੀਆਂ ਮੁਸੀਬਤਾਂ ਦੇਖੀਆਂ ਨੇ, ਇਸ ਕਰਕੇ ਅਸੀਂ ਨਹੀਂ ਇਸ ਸਿਸਟਮ 'ਚ ਦੁਬਾਰਾ ਇਹਨੂੰ ਹੋਣ ਦੇਵਾਂਗੇ, ਕਿਸੇ ਦੇ ਨਾਲ ਨਹੀਂ ਧੱਕਾ ਹੋਣ ਰੁਪਿੰਦਰਪਾਲ ਹੈਪੀ ਜਿਵੇਂ ਪਹਿਲਾਂ ਲੋਕਾਂ 'ਚ ਵਿਚਰਦੇ ਸੀ, ਤੁਹਾਡੇ ਹਲਕੇ ਦੇ ਵਿੱਚ ਮੈਂ ਗਿਆ ਸੀ ਪਹਿਲਾਂ, ਮੈਂ ਤੁਹਾਨੂੰ ਕਈ ਵਾਰ ਉੱਥੇ ਬਾਜ਼ਾਰ ਦੇ ਵਿੱਚ ਜਾਂਦੇ ਦੇਖਿਆ, ਕਈ ਵਾਰ ਤੁਹਾਨੂੰ ਆਮ ਲੋਕਾਂ ਦੇ ਨਾਲ ਉੱਥੇ ਗੱਲ ਕਰਦੇ, ਦੁਕਾਨਾਂ ਦੇ ਵਿੱਚ ਬੈਠ ਕੇ ਉਹਨਾਂ ਨਾਲ ਬੈਠ ਕੇ ਚਾਹ ਪੀਂਦਿਆਂ ਦੇਖਿਆ। ਹੁਣ ਜਦੋਂ ਰੁਪਿੰਦਰਪਾਲ ਹੈਪੀ MLA ਬਣ ਗਏ, ਖਾਸ ਤੌਰ ਤੇ ਸਰਕਾਰ ਦਾ ਹਿੱਸਾ ਵੀ ਬਣ ਗਏ, ਉਸੇ ਤਰੀਕੇ ਹੀ ਰਹਿਣਗੇ ਜਾਂ ਕੁਝ ਮਜਬੂਰੀਆਂ ਦੇ ਚੱਲਦਿਆਂ ਕਿਤੇ ਨਾ ਕਿਤੇ ਕੋਈ ਰੁਝਾਨ ਦੇ ਵਿੱਚ ਫਰਕ ਆਊ, ਸੁਭਾਅ ਦੇ ਵਿੱਚ ਫਰਕ ਆਊ, ਲੋਕਾਂ 'ਚ ਵਿਚਰਨ ਦਾ ਫਰਕ ਆਊਗਾ? ਮੈਂ ਕੱਲ ਹੋਲੀ ਸੀ ਜੀ, ਮੈਂ ਤੁਹਾਨੂੰ ਦੱਸ ਕੇ ਇੰਸੀਡੈਂਸ ਕੱਲ੍ਹ ਦੇ ਤੁਹਾਨੂੰ ਦੱਸਦਾ। ਕੱਲ ਹੋਲੀ ਸੀ, ਕੱਲ ਮੇਰਾ ਬੇਟਾ ਕਹਿੰਦਾ ਪਾਪਾ ਪਿਚਕਾਰੀ ਲੈ ਕੇ ਆਉਣੀ, ਰੰਗ ਲੈ ਕੇ ਆਉਣੇ ਨੇ, ਤੇ ਮੈਂ ਕਿਹਾ ਚੱਲ ਕਾਕਾ ਚੱਲੀਏ। ਮੈਂ ਮੇਰੇ 2 ਬੇਟੇ ਤੇ ਇੱਕ ਮੇਰਾ ਭਾਣਜਾ, ਅਸੀਂ ਇੱਦਾਂ ਹੀ, ਮੈਂ ਸਿਰ ਤੇ ਸਾਫਾ ਬੰਨਿਆ, ਪਰਨਾ ਬੰਨਿਆ, ਮੈਂ ਗੱਡੀ ਚੱਕੀ ਤੇ ਉਹਨਾਂ ਨੇ ਸਿਰ ਤੇ ਕੱਪੜਾ ਵੀ ਨਹੀਂ ਬੰਨਿਆ, ਇੱਦਾਂ ਹੀ ਜੂੜੇ ਕੀਤੇ, ਅਸੀਂ ਭਾਈ ਚਲੇ ਗਏ ਬਾਜ਼ਾਰ ਦੇ ਵਿੱਚ। ਗਏ ਹੋਏ ਉੱਥੇ ਜਾ ਕੇ ਪਹਿਲਾਂ ਤਾਂ ਮੈਂ ਜਦ ਉਹਨਾਂ ਨੂੰ ਜਾ ਕੇ ਕਿਹਾ ਵੀ ਯਾਰ, ਉਹ ਉਹਨਾਂ ਨੇ ਮੈਨੂੰ ਪਿਛਾ ਕਹਿੰਦੇ ਯਾਰ ਤੂੰ ਵੀ ਬੜੀ ਖੁਸ਼ੀ ਲੱਗੂ, ਮੈਂ ਲੋਕਾਂ 'ਚ ਹੀ ਰਹਿਣਾ ਪਹਿਲਾਂ ਤੋਂ। ਉਹਨਾਂ ਨੂੰ ਮੈਂ ਕਿਹਾ ਯਾਰ ਮੈਂ ਤਾਂ ਉਹੀ ਹਾਂ। ਕਹਿੰਦੇ ਯਾਰ ਅਸੀਂ ਇਸ ਗੱਲ ਦੀ ਨਹੀਂ ਗੱਲ ਕਰ ਰਹੇ ਸੀ, ਕਹਿੰਦੇ ਯਾਰ ਇੱਕ MLA ਬਿਨਾਂ ਸਿਕਿਉਰਿਟੀ ਤੋਂ ਬਿਨਾਂ ਇੱਦਾਂ ਆਪਣੇ ਮੈਂ ਕਿਹਾ ਯਾਰ ਇਹ ਮੇਰੇ ਕੋਈ 10 ਹੱਥ ਬਾਹਾਂ ਨਹੀਂ ਲੱਗ ਗਏ, ਮੈਂ ਤੁਹਾਡੇ ਵਰਗਾ ਹੀ ਹਾਂ, ਤੁਹਾਡੇ ਵਾਂਗੂ ਹੀ ਰਹਿਣਾ ਚਾਹੁੰਦਾ। ਸੋ ਉਹਨਾਂ ਨੇ ਇੰਨੀ ਖੁਸ਼ੀ ਮਨਾਈ, ਘੰਟਾ 1.5 ਘੰਟਾ ਅਸੀਂ ਹੋਲੀ ਖੇਡੀ। ਉਸ ਤੋਂ ਬਾਅਦ ਮੈਂ ਆਪਣੇ ਦਫ਼ਤਰ ਆ ਗਿਆ। ਮੈਂ 5 ਵਜੇ ਤੱਕ ਜਿਹੜੀ ਸੰਗਤ ਆਉਂਦੀ ਸੀ ਕਿ ਬਈ ਕਿਸੇ ਨੇ ਹੋਲੀ ਖੇਡਣਾ ਚਾਹ, ਮੈਂ 5 ਵਜੇ ਸ਼ਾਮ ਨੂੰ ਨਹਾਇਆ ਜਾ ਕੇ, ਮੈਂ ਕਿਹਾ ਅੱਜ ਪੂਰਾ ਇੰਜੋਏ ਕਰੋ। ਉਹ ਇਹਨਾਂ ਨੂੰ ਇਸੇ ਗੱਲ ਦੀ ਬੜੀ ਖੁਸ਼ੀ ਹੈ, ਮੈਨੂੰ ਆ ਕੇ ਮਿਲਦੇ ਸੀ, ਕਹਿੰਦੇ ਯਾਰ ਬਾਈ ਸਾਨੂੰ ਇਸੇ ਗੱਲ ਦੀ ਖੁਸ਼ੀ ਹੈ ਕਿ ਅਸੀਂ ਇੱਕ MLA ਨਾਲ ਹੋਲੀ ਖੇਡ ਰਹੇ ਹਾਂ, ਵੀ ਸਾਡੇ ਵਿੱਚ ਖੜਾ। ਮੈਂ ਕਿਹਾ ਯਾਰ MLA ਬਣਾਉਣ ਵਾਲੇ ਵੀ ਤੁਸੀਂ ਹੋ, ਸਾਰਾ ਕੁਛ ਵੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਭਰਾ ਹਾਂ, ਤੁਹਾਡਾ ਪੁੱਤ ਹਾਂ, ਤੁਹਾਡੇ ਵਿੱਚ ਹੀ ਰਹਿਣਾ ਚਾਹੁੰਦਾ। ਮੇਰੇ ਦਿਮਾਗ ਨੂੰ ਇਹ ਚੀਜ਼ਾਂ ਮੈਂ ਨਹੀਂ ਚੜ੍ਹਨ ਦਿੰਦਾ। ਇਸ ਗੱਲ ਦਾ ਮੈਂ ਪਰਮਾਤਮਾ ਅੱਗੇ ਸਾਹਿਬਜ਼ਾਦੇ ਅੱਗੇ ਹਮੇਸ਼ਾ ਅਰਦਾਸ ਕਰਦਾ ਕਿ ਮਨ ਨੀਵਾਂ, ਮਤ ਉੱਚੀ ਰੱਖਿਓ, ਮੇਰੇ ਤੋਂ ਕਿਸੇ ਦਾ ਮਾੜਾ ਨਾ ਕਰਵਾਇਓ। ਮੈਂ ਕੋਈ ਤੁਸੀਂ ਜੇ ਇਹ ਜ਼ਿੰਮੇਵਾਰੀ ਦਿੱਤੀ, ਆਪਾਂ ਚੰਗੇ ਕਰਮ ਕਰੀਏ, ਲੋਕਾਂ ਦੇ ਦਿਲਾਂ ਦੇ ਵਿੱਚ ਛਾਈਏ, ਲੋਕਾਂ ਦੀਆਂ ਦੁਆਵਾਂ 'ਚ ਹੈਪੀ ਹੋਣਾ ਚਾਹੀਦਾ। ਸੋ ਮੇਰੀ ਇਹ ਸੋਚ ਹੈ, ਮੈਂ ਇਸ ਸੋਚ ਦੇ ਨਾਲ ਚੱਲਣਾ ਚਾਹੁੰਦਾ। ਇਸ ਕਰਕੇ ਆਮ ਹੀ ਲੋਕਾਂ ਦੇ ਨਾਲ ਉਮੀਦ ਵਿਚਰਦਾ। ਆਹ ਸਵਾਲ ਮੈਨੂੰ ਸ਼ਾਇਦ ਪਹਿਲਾਂ ਕਰਨਾ ਚਾਹੀਦਾ ਸੀ, ਆਖਰ ਤੇ ਮੈਂ ਕਰ ਰਿਹਾ। ਤੁਹਾਡਾ ਮੁਕਾਬਲਾ ਸੀ ਗੁਰਪ੍ਰੀਤ ਸਿੰਘ GP
ਔਰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਭਰਾ ਦੇ ਨਾਲ ਡਾਕਟਰ ਮਨੋਹਰ ਦੇ ਨਾਲ ਕਿਤੇ ਨਾ ਕਿਤੇ ਐਂ ਲੱਗਦਾ ਸੀ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਵਿੱਚ ਵੱਡਾ ਚਿਹਰਾ ਹੈਗੇ ਨੇ, ਮੁੱਖ ਮੰਤਰੀ ਦਾ ਚਿਹਰਾ, ਆਪਣੇ ਭਰਾ ਦੀ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ। ਉਧਰ ਗੁਰਪ੍ਰੀਤ ਜੀਪੀ ਸੱਤਾ ਧਿਰ ਦੇ ਵਿਧਾਇਕ ਨੇ, ਉਹ ਕਹਿੰਦੇ ਸੀ ਕਿ ਮੈਂ ਬਹੁਤ ਕੰਮ ਕਰਵਾਏ ਨੇ। ਜਾਣੀ ਇਸ ਮੁਕਾਬਲੇ 'ਚੋਂ ਜਿੱਤ ਕੇ ਨਿਕਲਣਾ ਲੱਗਦਾ ਸੀ ਕਿਤੇ ਨਾ ਕਿਤੇ ਔਖਾ ਮਹਿਸੂਸ ਹੁੰਦਾ ਸੀ। ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ, ਇਹਦੀ ਕਿ ਹੁਣ ਆਪਾਂ ਜਿੱਤ ਕੇ ਤਾਂ ਗੱਲਾਂ ਕਰਦੇ ਹਾਂ। ਪਹਿਲੀ ਗੱਲ, ਮੈਂ ਕਦੇ ਵੀ ਕੋਈ ਵੀ ਲੜਾਈ ਲੜਦਾ ਹਾਂ, ਕੋਈ ਵੀ ਕੰਮ ਕਰਦਾ, ਮੈਂ ਸੋਚ ਕੇ ਨਹੀਂ ਚੱਲਦਾ ਕਿ ਮੇਰੇ ਅੱਗੇ ਕੌਣ ਆ। ਕਾਰਨ ਦੱਸ ਦਿੰਦਾ, ਕਿਉਂਕਿ ਜਦੋਂ ਅਸੀਂ ਕੰਮ ਕਰਨਾ, ਤੁਹਾਡੇ ਕੰਮ ਨੇ ਬੋਲਣਾ। ਮੈਂ ਇਸ ਹਲਕੇ ਦੇ ਵਿੱਚ 2010-11 ਤੋਂ ਤਾਂ ਪੋਲੀਟੀਕਲੀ ਕੰਮ ਵਿਚਰਨਾ ਸ਼ੁਰੂ ਕੀਤਾ ਸੀ। ਵੈਸੇ ਤਾਂ ਚਲੋ ਇਸ ਹਲਕੇ ਦੇ ਵਿੱਚ ਆਪਾਂ ਨਾਲ, ਮੇਰਾ ਪਿੰਡ ਆ, ਅਸੀਂ ਉਸੇ ਪਿੰਡ ਦੇ ਨਾਲ, ਮੇਰਾ ਬਹਾਦਰਗੜ੍ਹ ਪਿੰਡ ਆ, ਸੋ ਅਸੀਂ ਨਾਲ ਹੀ ਸਾਡਾ ਬਾਜ਼ਾਰ ਉਹੀ ਪੈਂਦਾ, ਖਰੀਦੋ ਫਰੋਖਤ ਸਾਰੀ ਅਸੀਂ ਉੱਥੋਂ ਹੀ ਕਰਦੇ ਹਾਂ। ਸੋ ਇਦਾਂ ਦੀ ਕੋਈ ਗੱਲ ਨਹੀਂ, ਮੈਨੂੰ ਇਹ ਉਮੀਦ ਸੀਗੀ ਕਿ ਲੋਕ ਜਿਹੜੇ ਨੇ ਉਹ ਮੇਰੇ ਨਾਲ ਖੜਨਗੇ ਤੇ ਆਮ ਆਦਮੀ ਪਾਰਟੀ ਦੇ ਨਾਲ ਖੜਨਗੇ। ਸੋ ਮੈਨੂੰ ਇਹ ਜਿੰਨੇ ਵੱਡੇ ਚਿਹਰੇ ਸੀਗੇ ਜੋ ਹਾਂ, ਪੈਸਾ ਬਹੁਤ ਚਲਾਇਆ ਉਹਨਾਂ ਨੇ, ਨਸ਼ਾ ਬਹੁਤ ਵਰਤਾਇਆ ਉਹਨਾਂ ਨੇ। ਮੈਂ ਇੱਕ ਵਾਰ ਤੁਹਾਨੂੰ ਇਹ ਵੀ ਗੱਲ ਕਹਿ ਦਿੱਤੀ, ਮੈਂ ਕਿਹਾ ਯਾਰ ਸ਼ਰਮ ਕਰੋ, ਮਾਰਨੇ ਨੇ ਤੁਸੀਂ ਇਹ ਲੋਕ, ਤੁਸੀਂ ਤਾਂ ਧਾੜਵੀ ਹੋ। ਮੈਂ ਕਿਹਾ ਤੁਸੀਂ ਸਾਡੇ ਹਲਕੇ ਦੇ ਲੋਕ ਜਿਹੜੇ ਨੇ ਸ਼ਰਾਬਾਂ ਗੰਦੀਆਂ ਪਲਾ ਨਸ਼ਾ ਕਰਾ ਮਾਰ ਕੇ ਤੁਸੀਂ ਚਲੇ ਜਾਣਾ, ਤੁਸੀਂ ਤਾਂ ਇਹਨਾਂ 'ਚ ਰਹਿਣਾ ਨਹੀਂ। ਯਾਰ ਮੈਂ ਤਾਂ ਰਹਿਣਾ ਨਾ, ਮੈਂ ਨਹੀਂ ਚਾਹੁੰਦਾ ਕਿਸੇ ਦੇ ਘਰਾਂ 'ਚ 70 ਵਿਛਣ। ਯਾਰ ਅਸੀਂ ਅਰਦਾਸ ਕਰਕੇ ਦੇਖੋ ਇਲੈਕਸ਼ਨ ਲੜੀ, ਮੈਂ ਪੂਰਾ ਸਾਹਿਬ ਅਰਦਾਸ ਕੀਤੀ, ਬਾਬਾ ਜੀ ਹਾਰੀਏ ਭਾਵੇਂ ਜਿੱਤੀਏ, ਪਰ ਆਪਾਂ ਨੇ ਇਲੈਕਸ਼ਨ ਜਿਹੜੀ ਆ ਬਿਲਕੁਲ ਨਸ਼ਾ ਰਹਿਤ ਇਲੈਕਸ਼ਨ ਲੜਨੀ ਆ। ਸੋ ਕੋਈ ਵੀ ਨਸ਼ਾ ਨਹੀਂ ਵਰਤਾਇਆ ਗਿਆ। ਤੇ ਮੈਂ ਜਦੋਂ ਅਰਦਾਸ ਕਰਕੇ ਨਿਕਲਦਾ ਤਾਂ ਮੈਂ ਹਮੇਸ਼ਾ ਇਹ, ਜਦੋਂ ਅਸੀਂ ਹਾਰ ਜਿੱਤ ਦੀ ਪਰਵਾਹ ਕਰਕੇ ਕੋਈ ਕੰਮ ਕਰਦੇ ਹਾਂ, ਫਿਰ ਅਸੀਂ ਉਹ ਕੰਮ ਦੇ ਵਿੱਚ 50-50 ਹੋ ਜਾਂਦੇ ਹਾਂ। ਮੈਂ ਹਮੇਸ਼ਾ ਹੀ ਇਹ ਸੋਚਦਾ, ਜੋ ਮੇਰੇ ਭਾਗਾਂ 'ਚ ਲਿਖਿਆ, ਜੋ ਡੈਸਟਨੀ ਆ, ਜੋ ਸਿਸਟਮ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ, ਜੋ ਬਣਾ ਕੇ ਭੇਜਿਆ, ਅੱਜ ਆਪਾਂ ਖੜੇ ਹਾਂ। ਇੱਕ ਕੁਦਰਤ ਨੇ ਤੁਹਾਨੂੰ ਪਹਿਲਾਂ ਤੈਅ ਕੀਤਾ ਸਮਾਂ, ਸੋ ਉਹ ਕਦੇ ਵੀ ਬਦਲਦਾ ਨਹੀਂ। ਸੋ ਇਸ ਕਰਕੇ ਮੈਂ ਘਬਰਾਉਣ ਦੀ ਗੱਲ ਨਹੀਂ ਕਰਦਾ, ਕਦੇ ਵੀ ਨਹੀਂ ਘਬਰਾਇਆ। ਮੈਂ ਨਹੀਂ ਦੇਖਦਾ ਕਿ ਕੌਣ ਆ ਕੌਣ ਨਹੀਂ, ਜਦੋਂ ਮੁਕਾਬਲਾ ਤਾਂ ਮੁਕਾਬਲਾ ਹੀ ਹੋਣਾ ਚਾਹੀਦਾ। ਸੋ ਵਧੀਆ ਮੁਕਾਬਲਾ ਕੀਤਾ, ਕਿਉਂਕਿ ਉਹਨਾਂ ਕੋਲੇ ਪੈਸਾ ਸੀਗਾ, ਸਰਕਾਰੀ ਸਿਸਟਮ ਸੀਗਾ, ਵੱਡਾ ਸਰਕਾਰੀ ਤੰਤਰ ਲਈ ਫਿਰਦੇ ਸੀ। ਗਨਮੈਨਾਂ ਦੀ ਕੋਈ ਕਮੀ ਨਹੀਂ ਸੀ, ਉਹਨਾਂ ਦੇ ਬੱਚੇ ਨਿਕਲਦੇ 20 ਗਨਮੈਨਾਂ ਨਾਲ ਨਿਕਲਦੇ ਸੀਗੇ। ਆਪਣੇ ਕੋਲੇ ਕੌਣ ਸੀਗਾ? ਪਰਮਾਤਮਾ ਦਾ ਓਟ ਆਸਰਾ ਸੀਗਾ, ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀਗੀ ਮੇਰੇ ਨਾਲ। ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਸਾਹਿਬ ਦੀ ਸਾਡੇ ਅੱਗੇ ਜਿਹੜੀ ਪੂਰੀ ਰਹਿਨਮਾਈ ਸੀ, ਅਗਵਾਈ ਸੀਗੀ ਸਾਡੇ ਕੋਲੇ। ਮੇਰੇ ਪਰਿਵਾਰ ਦਾ ਸਾਥ ਸੀਗਾ, ਮੇਰੇ ਲੋਕਾਂ ਦਾ ਸਾਥ ਸੀਗਾ, ਮੇਰੇ ਯਾਰਾਂ ਦੋਸਤਾਂ ਦਾ ਸਾਥ ਸੀਗਾ, ਤੇ ਮੇਰੇ ਹਲਕੇ ਦਾ ਸਾਥ ਸੀਗਾ। ਮੈਂ ਇੰਨੀਆਂ ਚੀਜ਼ਾਂ ਲੈ ਕੇ ਚੱਲਦਾ ਸੀ, ਉਹ ਸਿਰਫ ਪੈਸਾ ਲੈ ਕੇ ਚੱਲਦੇ ਸੀ, ਤਾਕਤ ਲੈ ਕੇ ਚੱਲਦੇ। ਸੋ ਪੈਸੇ ਤੇ ਤਾਕਤ ਦੇ ਉੱਤੇ ਜਿਹੜੀਆਂ ਇਹ ਚੀਜ਼ਾਂ ਹਮੇਸ਼ਾ ਭਾਰੂ ਹੁੰਦੀਆਂ ਨੇ। ਸੋ ਲੋਕਾਂ ਨੇ ਦਿਖਾ ਦਿੱਤਾ ਕਿ ਅਸੀਂ ਆਮ ਆਦਮੀ ਦੇ ਨਾਲ ਆ, ਅਸੀਂ ਹੈਪੀ ਦੇ ਨਾਲ ਆ, ਅਸੀਂ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਨਾਲ, ਅਸੀਂ ਭਗਵੰਤ ਸਿੰਘ ਮਾਨ ਦੇ ਨਾਲ ਆ। ਸੋ ਲੋਕਾਂ ਦਾ ਫਤਵਾ ਜਿਹੜਾ ਉਹ ਅਸੀਂ ਖਿੜੇ ਮੱਥੇ ਮਨਜ਼ੂਰ ਕਰਦੇ ਹਾਂ। ਤੇ ਤੁਸੀਂ ਦੇਖੋ ਬਹੁਤ ਵੱਡੀ ਲੀਡ ਦੇ ਕੇ ਪਾਰਟੀ ਨੂੰ ਜਿਤਾਇਆ। ਸੋ ਬਹੁਤ ਧੰਨਵਾਦ ਕਰਦਾ ਮੈਂ ਲੋਕਾਂ ਦਾ। ਡਰ ਡਰ ਦੀ ਤਾਂ ਗੱਲ ਹੀ ਨਹੀਂ ਬਾਈ ਜੀ, ਡਰ ਕਾਹਦਾ ਕਰਨਾ, ਜ਼ਿੰਦਗੀ ਉਹਦੀ ਦਿੱਤੀ ਹੋਈ ਆ, ਉਹਦੇ ਪਤਾ ਨਹੀਂ ਸਾਹ ਆਇਆ ਜਾਂ ਨਾ ਆਇਆ। ਆਪਾਂ ਡਰ ਕੇ ਕਿਉਂ ਕੰਮ ਕਰਨਾ, ਜਦੋਂ ਆਪਾਂ ਕੰਮ ਸਹੀ ਕਰਨਾ। ਡਰ ਉਹਨੂੰ ਹੁੰਦਾ ਜਿਹਨੇ ਗਲਤ ਕੰਮ ਕਰਨਾ ਹੋਵੇ, ਜਿਹਨੇ ਸਹੀ। ਤੁਸੀਂ ਦੇਖੋ ਸਭ ਤੋਂ ਖਤਰਨਾਕ ਡੇਂਜਰਸ ਆਦਮੀ ਪਤਾ ਕੌਣ ਹੁੰਦਾ? ਜਿਹੜਾ ਇਮਾਨਦਾਰ ਹੁੰਦਾ। ਉਹ ਤਾਂ ਸਾਰੇ ਡਰਦੇ ਨੇ ਕਿ ਯਾਰ ਇਹਦਾ ਕਰਾਂਗੇ ਕੀ। ਜਦੋਂ ਤੁਸੀਂ ਵਿਕਣਾ ਨਹੀਂ ਚਾਹੁੰਦੇ ਤਾਂ ਤੁਹਾਨੂੰ ਕੋਈ ਖਰੀਦ ਨਹੀਂ ਸਕਦਾ। ਜਦੋਂ ਤੁਸੀਂ ਵਿਕਣ ਲਈ ਤਿਆਰ ਆ ਤਾਂ ਹਰ ਇੱਕ ਬੰਦਾ ਤੁਹਾਡੀ ਕੀਮਤ ਲਾਉਣ ਨੂੰ ਤਿਆਰ ਹੈ। ਸੋ ਇਸ ਕਰਕੇ ਆਪਣੇ ਆਪ ਤੇ ਭਰੋਸਾ ਰੱਖੋ, ਪਰਮਾਤਮਾ ਤੇ ਭਰੋਸਾ ਰੱਖੋ, ਜਿਹਨੇ ਤੁਹਾਨੂੰ ਜ਼ਿੰਦਗੀ ਬਖਸ਼ੀ। ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲੋ, ਲੋਕਾਂ ਨੂੰ ਨਾਲ ਲੈ ਕੇ ਚੱਲੋ। ਜਿਨ੍ਹਾਂ ਲੋਕਾਂ ਨੇ ਤੁਹਾਨੂੰ ਜਿਤਾਇਆ, ਤੁਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੋ। ਕੋਈ ਗੱਲ ਨਹੀਂ ਅੱਗੇ ਕਿਹੜੀਆਂ ਤਾਕਤਾਂ ਨੇ, ਕੌਣ ਨੇ, ਉਸ ਚੀਜ਼ ਦੀ ਪਰਵਾਹ ਨਹੀਂ। ਹਜੇ ਤਾਂ ਆਉਣ ਵਾਲਾ ਸਮਾਂ ਬਹੁਤ ਆ। ਪਰਮਾਤਮਾ ਬਖਸ਼ਿਸ਼ ਕਰੇ, ਲੰਬਾ ਚੱਲਾਂਗੇ, ਬਹੁਤ ਵਧੀਆ ਚੱਲਾਂਗੇ ਤੇ ਲੋਕਾਂ ਦੇ ਨਾਲ ਰਹਿ ਕੇ ਚੱਲਾਂਗੇ। ਬਹੁਤ ਧੰਨਵਾਦ ਬਾਈ ਜੀ। ਅਸੀਂ ਉਮੀਦ ਕਰਦੇ ਹਾਂ ਕਿ ਦਲਿਤ ਚਿਹਰਾ ਹੋਣ ਦੇ ਨਾਤੇ ਤੇ ਪੜ੍ਹੇ ਲਿਖੇ ਹੋਣ ਦੇ ਨਾਤੇ ਅਗਲੀਆਂ ਜਿਹੜੀਆਂ 6 ਖਾਲੀ ਸੀਟਾਂ ਉਹਨਾਂ ਦੇ ਵਿੱਚ ਤੁਹਾਡੀ ਚਰਚਾ ਹੋ। ਅਰਵਿੰਦ ਕੇਜਰੀਵਾਲ ਜੀ, ਥੈਂਕ ਯੂ। ਤਾਂ ਇਹ ਸਨ ਸਾਡੇ ਨਾਲ ਰੁਪਿੰਦਰ ਸਿੰਘ ਹੈਪੀ, ਜੋ ਬਸੀ ਪਠਾਣਾ ਤੋਂ 38000 ਦੀ ਲੀਡ ਦੇ ਨਾਲ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਆ। ਜਿਸ ਤਰੀਕੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ, ਜਿਸ ਲਹਿਜ਼ੇ ਦੇ ਨਾਲ ਉਹਨਾਂ ਨੇ ਇਹ ਸਾਰੀ ਚਰਚਾ ਕੀਤੀ ਹੈ, ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਲੀਡਰਾਂ ਵਰਗੇ ਨਹੀਂ, ਅਸੀਂ ਆਮ ਲੋਕਾਂ ਵਰਗੇ ਹਾਂ। ਹਮੇਸ਼ਾ ਅਸੀਂ ਲੋਕਾਂ ਦੇ ਨਾਲ ਵਿਚਰੇ ਹਾਂ ਔਰ ਵਿਚਰਦੇ ਰਵਾਂਗੇ। ਲੋਕ ਵੀ ਇਹੋ ਹੀ ਚਾਹੁੰਦੇ ਆ। ਲੋਕ ਚਾਹੁੰਦੇ ਨੇ ਜਿਹੜੇ ਨਵੇਂ ਲੀਡਰ ਚੁਣੇ ਗਏ ਆ ਉਹ ਬੜੇ ਸਾਦੇ ਤੇ ਸੋਬਰ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਰਹਿਣ, ਉਹਨਾਂ ਦੇ ਛੋਟੇ-ਮੋਟੇ ਕੰਮ ਜ਼ਰੂਰ ਕਰਦੇ ਰਹਿਣ। ਦੇਖਣਾ ਹੋਏਗਾ ਸਾਰੇ ਦੇ ਸਾਰੇ ਲੀਡਰ ਰੁਪਿੰਦਰ ਹੈਪੀ ਹੋਰਾਂ ਦੇ ਨਾਲ, ਸਾਰੇ ਦੇ ਸਾਰੇ ਲੀਡਰ ਲੋਕਾਂ ਦੀਆਂ ਉਹਨਾਂ ਉਮੀਦਾਂ ਤੇ ਖਰੇ ਜ਼ਰੂਰ ਉਤਰਨਾ। ਆਪਣੇ ਸਹਿਯੋਗੀ ਸੁਖਰਾਜ ਰੰਧਾਵਾ ਦੇ ਨਾਲ ਮੈਂ ਰਵੀ ਸੰਗਰਾਹੁ ਦਾ ਅਨਮਿਊਟ, ਚੰਡੀਗੜ੍ਹ।